ਵਾਹਿਗੁਰੂ ਜੀ ਦਿਜ ਸੁਰ ਕਾਰਨ ਤਹਿ ਨੈ ਮਾਰਾ ਅਬੈ ਕੀਏ ਤੇ ਜਗਤ ਮਝਾਰਾ ਦਿਜ ਸੁਰ ਕਾਰਨ ਤਹਿ ਨੈ ਮਾਰਾ ਅਬੈ ਕੀਏ ਤੇ ਜਗਤ ਮਝਾਰਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਵੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਆਪ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜਿਓਂ ਚੱਲ ਕਰ ਕੀ ਮਹਾਂਪੁਰਖਾਂ ਦੀ ਪਾਵਨ ਪਵਿੱਤਰ ਅਸਥਾਨ ਅਥਵਾ ਗੁਰੂ ਬਾਬਾ ਜੀਆਂ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਭ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਉਣ ਦੇ ਵਾਸਤੇ ਚਿੱਤ ਬਿਰਤੀ ਨੂੰ ਬਾਹਰੋਂ ਇਕਾਗਰ ਕਰਨ ਦੀ ਖੇਚਲ ਕਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਮੇਰ ਪਰਬਤ 'ਤੇ ਸਿੱਧਾਂ ਦੇ ਪਾਸ ਪਹੁੰਚਦੇ ਹਨ। ਉੱਥੇ ਕਾਫੀ ਸਮਾਂ ਉਹਨਾਂ ਦੇ ਨਾਲ ਬਚਨ ਵਿਲਾਸ ਹੋਣ ਤੋਂ ਬਾਅਦ ਸਿੱਧਾਂ ਦੇ ਪਾਸੋਂ ਵਿਦਾ ਹੋ ਕੇ ਸਤਿਗੁਰੂ ਅੱਗੇ ਰਿਸ਼ੀ ਦੱਤਾਤਰੇय ਜੀਆਂ ਦੇ ਪਾਸ ਪਹੁੰਚ ਜਾਂਦੇ ਹਨ। ਇਸ ਤੋਂ ਅੱਗੇ ਕਾਗਭਸੁੰਡ ਦੀ ਪੁਰੀ ਦੇ ਵਿੱਚ ਕਾਗਭਸੁੰਡ ਦੇ ਨਾਲ ਮਿਲਾਪ ਹੁੰਦਾ, ਬਚਨ ਵਿਲਾਸ ਹੁੰਦੇ ਹਨ ਸਤਿਗੁਰਾਂ ਦੀ। ਤਾਂ ਇਸ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਮਰਦਾਨੇ ਦੇ ਸਮੇਤ ਪ੍ਰਹਿਲਾਦਪੁਰੀ ਦੇ ਵਿੱਚ ਪਹੁੰਚਦੇ ਹਨ। ਜਦ ਸਤਿਗੁਰੂ ਉੱਥੇ ਪਹੁੰਚੇ ਤੇ ਉੱਥੇ ਅੱਗੇ ਭਗਤ ਪ੍ਰਹਿਲਾਦ ਜੀ ਉਹ ਆਪਣਾ ਚੌਂਕੜਾ ਲਗਾ ਕੇ ਨੇਤਰ ਬੰਦ ਕਰਕੇ ਬੈਠੇ ਹੋਏ ਸੀ। ਉਸ ਵਾਹਿਗੁਰੂ ਉਸ ਪਰਮੇਸ਼ਵਰ ਦੀ ਬੰਦਗੀ ਦੇ ਵਿੱਚ ਜੁੜੇ ਹੋਏ ਸੀ, ਸਮਾਧੀ ਦੇ ਵਿੱਚ ਲੀਨ ਹੋ ਚੁੱਕੇ ਸਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਮਰਦਾਨੇ ਦੇ ਸਮੇਤ ਪਹੁੰਚੇ ਤੇ ਸਤਿਗੁਰਾਂ ਨੇ ਇਸ ਤਰ੍ਹਾਂ ਭਗਤ ਪ੍ਰਹਿਲਾਦ ਜੀਆਂ ਨੂੰ ਸਮਾਧੀ ਦੇ ਵਿੱਚ ਜੁੜਿਆਂ ਬੈਠਿਆਂ ਦੇਖਿਆ ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ਼੍ਰੀ ਕਰਤਾਰ ਸਤ ਕਰਤਾਰ ਦਾ ਆਵਾਜ਼ਾ ਦਿੱਤਾ। ਜਦ ਸਤਿਗੁਰਾਂ ਸਤ ਕਰਤਾਰ ਦਾ ਆਵਾਜ਼ਾ ਦਿੱਤਾ ਤਾਂ ਉਸੇ ਸਮੇਂ ਉਸੇ ਟਾਈਮ ਇੱਕੋ ਹੀ ਵਚਨ ਦੇ ਨਾਲ ਭਗਤ ਪ੍ਰਹਿਲਾਦ ਜੀਆਂ ਦੀ ਸਮਾਧੀ ਖੁੱਲ੍ਹ ਜਾਂਦੀ ਹੈ। ਉਹ ਆਪਣੇ ਨੇਤਰ ਖੋਲ੍ਹਦੇ ਹਨ, ਦੇਖਦੇ ਹਨ। ਸਤਿਗੁਰਾਂ ਦੇ ਸਾਹਮਣੇ ਦਰਸ਼ਨ ਹੋਏ। ਇਹ ਦੇਖ ਕੇ ਬੜੇ ਹੈਰਾਨ ਹੋ ਗਏ ਕਿ ਇਸ ਪੁਰੀ ਦੇ ਵਿੱਚ ਇਸ ਅਸਥਾਨ 'ਤੇ ਆਮ ਦੁਨੀਆ ਦਾ ਆਦਮੀ ਤੇ ਕੋਈ ਪਹੁੰਚ ਨਹੀਂ ਸਕਦਾ, ਉਹਨਾਂ ਦੀ ਤੇ ਗਮਤਾ ਨਹੀਂ ਹੈ। ਅਰੇ ਇਹ ਕੌਣ ਮਹਾਂਪੁਰਸ਼ ਹਨ ਜੋ ਇਸ ਅਸਥਾਨ 'ਤੇ ਪਹੁੰਚੇ ਹਨ?
ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੂੰ ਬੜੇ ਹੈਰਾਨ ਹੋ ਕੇ ਪੁੱਛਣਾ ਕੀਤਾ। ਭਗਤ ਪ੍ਰਹਿਲਾਦ ਜੀਆਂ ਨੇ ਕਹਿਣ ਲੱਗਿਆ, ਮਹਾਰਾਜ ਆਪ ਕੌਣ ਮਹਾਂਪੁਰਖ ਹੋ ਔਰ ਕਿਸ ਸਥਾਨ ਤੋਂ ਆਏ ਹੋ, ਕਿੱਥੇ ਜਾਣਾ ਚਾਹੁੰਦੇ ਹੋ, ਤੇ ਆਪ ਜੀਆਂ ਦੇ ਆਉਣ ਦਾ ਕੀ ਪ੍ਰਯੋਜਨ ਹੈ। ਫਿਰ ਇਹ ਵੀ ਵਾਰਤਾ ਪੁੱਛਣਾ ਕੀਤੀ ਕਿ ਇਸ ਸਥਾਨ 'ਤੇ ਦੁਨੀਆ ਦੇ ਮਨੁੱਖ ਦੀ ਤੇ ਗਮਤਾ ਨਹੀਂ ਹੈ, ਉਹ ਤੇ ਇੱਥੇ ਪਹੁੰਚ ਨਹੀਂ ਸਕਦੇ, ਪਰ ਆਪ ਜੀ ਇਸ ਸਥਾਨ 'ਤੇ ਕਿਵੇਂ ਪਹੁੰਚ ਗਏ, ਕਿਸ ਸ਼ਕਤੀ ਦੇ ਨਾਲ ਇਸ ਸਥਾਨ 'ਤੇ ਪਹੁੰਚੇ। ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਸਾਰੀ ਵਾਰਤਾ ਦੱਸੀ। ਸਤਿਗੁਰੂ ਕਹਿਣ ਲੱਗੇ ਭਗਤ ਪ੍ਰਹਿਲਾਦ ਜੀਆਂ ਨੂੰ, ਸਤਿਗੁਰੂ ਕਹਿੰਦੇ, ਪ੍ਰਹਿਲਾਦ, ਜਿਸ ਪਰਮੇਸ਼ਵਰ, ਜਿਸ ਵਾਹਿਗੁਰੂ ਦਾ ਨਾਮ ਜਪ ਕੇ ਤੇਰੀ ਦੁਨੀਆ ਦੇ ਵਿੱਚ, ਮਾਤ ਲੋਕ ਦੇ ਵਿੱਚ ਥਾਂ ਥਾਂ 'ਤੇ ਰੱਖਿਆ ਹੋਈ ਹੈ ਨਾ, ਜਿਸ ਵਾਹਿਗੁਰੂ ਦਾ ਨਾਮ ਜਪ ਕੇ ਤੇਰੀ ਥਾਂ ਥਾਂ 'ਤੇ ਰੱਖਿਆ ਹੋਈ ਹੈ, ਉਸੇ ਗੁਰੂ ਪਰਮੇਸ਼ਵਰ, ਉਸੇ ਵਾਹਿਗੁਰੂ ਦਾ ਨਾਮ ਅਸੀਂ ਜਪਿਆ ਹੈ। ਉਸ ਨਾਮ ਦੀ ਤਾਕਤ ਦੇ ਜ਼ਰੀਏ ਅਸੀਂ ਇਸ ਸਥਾਨ 'ਤੇ ਪਹੁੰਚੇ ਹਾਂ। ਫਿਰ ਸਤਿਗੁਰਾਂ ਦੇ ਨਾਲ ਬਚਨ ਵਿਲਾਸ ਹੋਏ ਤੇ ਸਤਿਗੁਰੂ ਮਹਾਰਾਜ ਜੀਆਂ ਨੇ ਦੱਸਣਾ ਕੀਤਾ ਕਿ ਸਾਡੇ ਆਉਣ ਦਾ ਕਾਰਨ ਇਹੀ ਹੈ ਕਿ ਅਸੀਂ ਜਿੱਥੇ ਕਿੱਥੇ ਵੀ ਰੱਬ ਦੇ ਪਿਆਰੇ, ਰੱਬ ਦੇ ਭਗਤ, ਸੰਤ ਜਨ ਹੁੰਦੇ ਹਨ ਨਾ, ਅਸੀਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਉਹਨਾਂ ਦੇ ਸਾਧੂਆਂ ਦੇ, ਸੰਤਾਂ ਦੇ ਦਰਸ਼ਨਾਂ ਦੀ ਸਾਡੇ ਮਨ ਦੇ ਵਿੱਚ ਲਾਲਸਾ ਲੱਗੀ ਰਹਿੰਦੀ ਹੈ। ਤਾਂ ਤੇ ਪ੍ਰਹਿਲਾਦ ਜੀ, ਅਸੀਂ ਤੁਹਾਡੇ ਪਾਸ, ਤੁਹਾਡੇ ਦਰਸ਼ਨਾਂ ਦੇ ਲਈ ਪਹੁੰਚ ਗਏ। ਜਦ ਐਸੇ ਮਿੱਠੇ ਪਿਆਰੇ ਅਤੇ ਅੰਮ੍ਰਿਤਮਈ ਬਚਨ ਭਗਤ ਪ੍ਰਹਿਲਾਦ ਜੀਆਂ ਨੇ ਸੁਣੇ ਤੇ ਉਹ ਸੁਣ ਕੇ ਹੋਰ ਵੀ ਹੈਰਾਨ ਹੋ ਗਏ। ਉਹ ਬਚਨ ਸੁਣਨ ਸਾਰ ਅੰਦਾਜ਼ਾ ਲਗਾ ਲੈਂਦੀ ਹੈ ਕਿ ਇਹ ਕੋਈ ਆਮ ਮਹਾਤਮਾ ਨਹੀਂ ਹੈ, ਤੇ ਕੋਈ ਰੱਬੀ ਅਵਤਾਰ ਹੈ। ਉਸ ਪਰਮੇਸ਼ਵਰ ਨੇ ਹੀ ਆਪਣਾ ਅਵਤਾਰ ਧਾਰਨ ਕੀਤਾ ਹੈ। ਜਦ ਮਿੱਠੇ ਅੰਮ੍ਰਿਤਮਈ ਬਚਨ ਸੁਨੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਨ ਕੋ ਨਾ ਚਿਤਾਰੇ। ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਘਟ ਘਟ ਬਾਸੀ ਸਰਬ ਨਿਵਾਸੀ, ਨੇਰਾ ਹੂਤੇ ਨੀਰਾ। ਨਾਨਕ ਦਾਸ ਸਦਾ ਸ਼ਰਨਾਗਤ, ਹਰ ਅੰਮ੍ਰਿਤ ਸੱਜਣ ਮੇਰਾ। ਭਗਤ ਜੀਆਂ ਨੇ ਅੰਦਾਜ਼ਾ ਲਗਾ ਲਿਆ ਕਿ ਐਡੇ ਮਿੱਠੇ ਅਤੇ ਅੰਮ੍ਰਿਤਮਈ ਬਚਨ ਇਹ ਮੇਰਾ ਗੁਰੂ ਪਰਮੇਸ਼ਵਰ ਹੀ ਕਰ ਸਕਦਾ ਹੈ। ਜਾਣੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੂੰ ਪਰਮੇਸ਼ਵਰ ਦਾ ਹੀ ਅਵਤਾਰ ਜਾਣਿਆ। ਤੇ ਉਸੇ ਸਮੇਂ ਭਗਤ ਪ੍ਰਹਿਲਾਦ ਜੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਚਰਨਾਂ 'ਤੇ ਆਪਣਾ ਸੀਸ ਰੱਖ ਕੇ ਦੋਨੋਂ ਹੱਥ ਜੋੜ ਕੇ ਮੱਥਾ ਟੇਕਣਾ ਕੀਤਾ। ਬੜੇ ਪਿਆਰ ਦੇ ਵਚਨ ਕਹੇ ਸਤਿਗੁਰੂ। ਇਸ ਭਗਤ ਪ੍ਰਹਿਲਾਦ ਜੀਆਂ ਦੇ ਪਿਆਰ ਨੂੰ, ਪ੍ਰੇਮ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ। ਸਤਿਗੁਰਾਂ ਨੇ ਵੀ ਭਗਤ ਜੀਆਂ ਦਾ ਬੜਾ ਮਾਣ ਸਤਿਕਾਰ ਕੀਤਾ, ਆਦਰ ਕੀਤਾ। ਤਾਂ ਬਚਨ ਵਿਲਾਸ ਹੋਣ ਤੋਂ ਬਾਅਦ ਫਿਰ ਇਹ ਵੀ ਪੁੱਛਣਾ ਕੀਤਾ। ਭਾਈ ਬਾਲਾ ਨੇ ਹੱਥ ਜੋੜ ਕੇ ਬੇਨਤੀ ਕੀਤੀ। ਇਹ ਸਾਰੀ ਕਥਾ ਸੁਣਾਉਂਦੇ ਹੋਏ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੂੰ ਭਾਈ ਬਾਲਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ, ਉਸ ਟਾਈਮ ਜਦ ਧੰਨ ਗੁਰੂ ਨਾਨਕ ਸਾਹਿਬ ਜੀਆਂ ਦੇ ਨਾਲ ਬਚਨ ਵਿਲਾਸ ਹੋ ਰਹੇ ਸੀ ਨਾ ਭਗਤ ਪ੍ਰਹਿਲਾਦ ਜੀਆਂ ਦੇ, ਤੇ ਬਚਨ ਵਿਲਾਸ ਹੋਣ ਤੋਂ ਬਾਅਦ ਮੈਂ ਵੀ ਭਗਤ ਪ੍ਰਹਿਲਾਦ ਜੀਆਂ ਦੇ ਪਾਸ ਬੇਨਤੀ ਕੀਤੀ ਕਿ ਪ੍ਰਹਿਲਾਦ ਜੀ ਕਿਰਪਾ ਕਰਕੇ ਆਪਣੀ ਸਾਰੀ ਕਥਾ ਵਾਰਤਾ ਆਪਣੇ ਮੁਖਾਰ ਬਿੰਦ ਤੋਂ, ਆਪਣੇ ਮੁਖ ਤੋਂ ਸੁਣਾਉਣਾ ਕਰੋ। ਜੋ ਮਾਤ ਲੋਕ ਦੇ ਵਿੱਚ, ਦੁਨੀਆ ਦੇ ਵਿੱਚ ਪਰਮੇਸ਼ਵਰ ਨੇ ਆਪ ਦੀ ਥਾਂ ਥਾਂ 'ਤੇ ਰੱਖਿਆ ਕੀਤੀ, ਇਹ ਕਹਾਣੀ, ਇਹ ਕਥਾ ਮਾਤ ਲੋਕ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਬੜੀ ਪ੍ਰਸਿੱਧ ਹੈ। ਹੁਣ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪ ਦੇ ਦਰਸ਼ਨ ਹੋਏ, ਆਪ ਨਾਲ ਮਿਲਾਪ ਹੋਇਆ, ਤੇ ਮੈਂ ਚਾਹੁੰਦਾ ਹਾਂ ਕਿ ਆਪ ਜੀਆਂ ਦੇ ਮੁਖ ਤੋਂ ਇਹ ਸਾਰੀ ਵਾਰਤਾ ਸੁਣਨਾ ਕਰਾਂ। ਭਗਤ ਪ੍ਰਹਿਲਾਦ ਜੀ ਪ੍ਰਸੰਨ ਹੋਏ ਅਤੇ ਪ੍ਰਸੰਨ ਖੁਸ਼ੀ ਦੇ ਵਿੱਚ ਹੋ ਕੇ ਉਹ ਸਾਰੀ ਵਾਰਤਾ ਦੱਸਣਾ ਕਰਦੇ ਹਨ ਕਿ ਭਾਈ ਬਾਲਾ, ਦੇਖੋ ਜਿਸ ਟਾਈਮ, ਜਿਸ ਸਮੇਂ ਇਸ ਦੁਨੀਆ ਦੇ ਵਿੱਚ ਮੇਰਾ ਪਿਤਾ, ਜਾਣੇ ਆਪਣੇ ਪਿਤਾ
ਹਰਨਾਕਸ਼ ਦੇ ਬਾਰੇ ਦੱਸਣਾ ਕੀਤਾ। ਔਰ ਇਸ ਦਾ ਭਰਾ ਸੀ ਜੋ ਹਿਰਨਕਸ਼ਪ ਨਾਮ ਕਰਕੇ, ਹਰਨਾਕਸ਼ ਦਾ ਭਰਾ ਹਿਰਨਕਸ਼ਪ। ਉਸ ਸਮੇਂ ਪ੍ਰਹਿਲਾਦ ਕਹਿਣ ਲੱਗਿਆ ਉਹ ਹਿਰਨਕਸ਼ਪ ਉਹ ਮੇਰਾ ਚਾਚਾ ਲੱਗਦਾ ਸੀ। ਇਸਨੇ ਵੀ ਬੜੀ ਤਪੱਸਿਆ ਕੀਤੀ ਹੋਈ ਸੀ, ਬੜਾ ਤਪ ਕੀਤਾ ਹੋਇਆ ਸੀ, ਬੜੀ ਪਾਵਰ, ਬੜੀ ਸ਼ਕਤੀ ਇਸ ਦੇ ਵਿੱਚ ਵੀ ਤਪੱਸਿਆ ਦੇ ਬਲ ਦੇ ਕਰਕੇ ਸੀ। ਪਰ ਉਹ ਤਪੱਸਿਆ ਕਰ ਕਰਕੇ ਇੰਨੇ ਮਾਣ ਹੰਕਾਰ ਦੇ ਵਿੱਚ ਆ ਚੁੱਕਿਆ ਸੀ ਕਿ ਇੱਕ ਸਮੇਂ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਇਸਨੇ ਸਾਰੀ ਧਰਤੀ ਉਠਾ ਲਈ ਔਰ ਧਰਤੀ ਨੂੰ ਉਠਾ ਕੇ ਪਤਾਲ ਦੇ ਵਿੱਚ, ਜਲ ਦੇ ਵਿੱਚ ਪਹੁੰਚ ਗਿਆ। ਉਸ ਸਥਾਨ ਤੇ ਸੋਚਿਆ ਕਿ ਸਾਰੇ ਜੀਵਾਂ ਨੂੰ ਇੱਥੇ ਹੀ ਡੁਬਾ ਕੇ ਮਾਰ ਦਿੱਤਾ ਜਾਵੇਗਾ। ਹੰਕਾਰ ਦੇ ਵਿੱਚ ਆਇਆ ਹੋਇਆ ਜਦ ਇਸ ਤਰ੍ਹਾਂ ਕਰਦਾ ਹੈ ਤਾਂ ਵਿਸ਼ਨੂੰ ਭਗਵਾਨ ਜੀਆਂ ਨੇ ਦੇਖਣਾ ਕੀਤਾ ਤੇ ਜੀਵਾਂ ਦੇ ਭਲੇ ਦੇ ਵਾਸਤੇ ਉਹਨਾਂ ਨੇ ਇੱਕ ਬਰਾਹ ਦਾ ਰੂਪ ਧਾਰਨ ਕੀਤਾ, ਜਿਸ ਨੂੰ ਬਰਾਹ ਅਵਤਾਰ ਵੀ ਕਿਹਾ ਜਾਂਦਾ ਹੈ। 24 ਅਵਤਾਰਾਂ ਦੇ ਵਿੱਚ ਇੱਕ ਬਰਾਹ ਅਵਤਾਰ ਇਹ ਵੀ ਨਾਮ ਆਉਂਦਾ ਹੈ। ਤਾਂ ਬਰਾਹ ਦਾ ਅਵਤਾਰ ਧਾਰਨ ਕਰਕੇ ਉਹ ਉਸੇ ਸਥਾਨ ਤੇ ਹਿਰਨਕਸ਼ਪ ਦੇ ਪਾਸ ਪਹੁੰਚ ਜਾਂਦੇ ਹੈ। ਤਾਂ ਉਸ ਸਥਾਨ ਤੇ ਹਿਰਨਕਸ਼ਪ ਦੇ ਨਾਲ ਬਰਾਹ ਅਵਤਾਰ ਦਾ ਬੜਾ ਜੰਗ ਹੋਇਆ, ਯੁੱਧ ਹੋਇਆ। ਤਾਂ ਆਖਰਕਾਰ ਹਿਰਨਕਸ਼ਪ ਨੂੰ ਮਾਰ ਕੇ ਇਸ ਧਰਤੀ ਨੂੰ ਫਿਰ ਜਲ ਦੇ ਵਿੱਚੋਂ, ਪਤਾਲ ਦੇ ਵਿੱਚੋਂ ਕੱਢ ਕੇ ਲੈ ਕੇ ਆਏ ਅਰੇ ਆਪਣੇ ਅਸਲੀ ਸਥਾਨ ਤੇ ਫਿਰ ਟਿਕਾ ਦਿੱਤੀ। ਜੀਵਾਂ ਦਾ ਭਲਾ, ਜੀਵਾਂ ਦੀ ਰੱਖਿਆ ਕੀਤੀ। ਜਦ ਇਸ ਵਾਰਤਾ ਦਾ ਹਿਰਨਕਸ਼ਪ ਦੇ ਭਰਾ ਹਰਨਾਕਸ਼ ਨੂੰ ਪਤਾ ਲੱਗਿਆ ਤਾਂ ਹਰਨਾਕਸ਼ ਉਸੇ ਟਾਈਮ ਬੜੇ ਕ੍ਰੋਧ ਦੇ ਵਿੱਚ ਹੋ ਜਾਂਦਾ ਹੈ, ਬੜਾ ਦੁਖੀ ਵੀ ਹੁੰਦਾ ਹੈ ਕਿ ਵਿਸ਼ਨੂੰ ਭਗਵਾਨ ਨੇ ਮੇਰੇ ਭਰਾਤਾ ਨੂੰ, ਮੇਰੇ ਭਰਾ ਨੂੰ ਮਾਰ ਦਿੱਤਾ। ਤਾਂ ਜਦ ਇਸ ਤਰ੍ਹਾਂ ਉਸਨੇ ਆਪਣੀ ਸਾਰੀ ਦੈਂਤਾਂ ਦੀ ਸਭਾ ਬੁਲਾਈ ਹੋਈ ਸੀ, ਸਾਰੀ ਦੈਂਤਾਂ ਦੀ ਸਭਾ ਦੇ ਵਿੱਚ, ਕਚਹਿਰੀ ਦੇ ਵਿੱਚ ਹਰਨਾਕਸ਼ ਨੇ ਇਹ ਉੱਚੀ ਆਵਾਜ਼ ਦੇ ਨਾਲ ਕ੍ਰੋਧ ਦੇ ਵਿੱਚ ਹੋ ਕੇ ਕਿਹਾ ਕਿ ਦੇਖੋ, ਉਸ ਵਿਸ਼ਨੂੰ ਭਗਵਾਨ ਨੇ ਮੇਰੇ ਭਰਾ ਦੇ ਨਾਲ ਛਲ ਵੱਲ ਕਰਕੇ, ਇੱਕ ਬਰਾਹ ਦਾ ਰੂਪ ਧਾਰ ਕੇ ਛਲ ਕੀਤਾ, ਛਲ ਕਰਕੇ ਮੇਰੇ ਭਰਾ ਨੂੰ ਮਾਰ ਦਿੱਤਾ ਹੈ। ਔਰ ਮੈਂ ਹੁਣ ਕਿਸੇ ਵੀ ਤਰ੍ਹਾਂ ਹੋ ਸਕੇ ਤੇ ਉਸ ਵਿਸ਼ਨੂੰ ਭਗਵਾਨ ਤੋਂ ਆਪਣਾ ਬਦਲਾ ਜ਼ਰੂਰ ਲਵਾਂਗਾ। ਤਾਂ ਉਸਨੇ ਆਪਣੇ ਨੌਕਰਾਂ ਨੂੰ, ਜਿੰਨੇ ਵੀ ਦੈਂਤ ਸੀ ਇਸ ਦੇ ਨੌਕਰ, ਸਾਰਿਆਂ ਨੂੰ ਹੁਕਮ ਕਰ ਦਿੱਤਾ ਕਿ ਦੇਖੋ, ਹੁਣ ਜਿੱਥੇ ਕਿਥੇ ਵੀ ਵਿਸ਼ਨੂੰ ਭਗਵਾਨ ਦੇ ਭਗਤ ਹੋਣਗੇ ਨਾ, ਪੰਡਤ ਦਿਜ ਆਦਿ ਹੋਣਗੇ, ਇਹਨਾਂ ਦਾ ਸਾਰਿਆਂ ਦਾ, ਸਭ ਦਾ ਤੁਸੀਂ ਨਾਸ ਕਰਨਾ ਹੈ। ਛੇਤੀ ਤੋਂ ਛੇਤੀ ਪਹੁੰਚ ਕੇ ਜਿੱਥੇ ਜਿੱਥੇ ਵਿਸ਼ਨੂੰ ਭਗਵਾਨ ਦੇ ਭਗਤ ਹੈ ਕਿ ਉੱਥੇ ਛੇਤੀ ਤੋਂ ਛੇਤੀ ਪਹੁੰਚ ਕੇ ਉਹਨਾਂ ਦਾ ਨਾਸ ਕਰਨਾ ਹੈ, ਅੰਤ ਕਰਨਾ ਹੈ। ਤਾਂ ਇਸ ਤਰ੍ਹਾਂ ਜਦ ਹੁਕਮ ਕਰ ਦਿੱਤਾ, ਕ੍ਰੋਧ ਦੇ ਵਿੱਚ ਆਏ ਹੋਏ ਹਰਨਾਕਸ਼ ਨੇ, ਤੇ ਉਸੇ ਟਾਈਮ ਇਹ ਸਾਰੇ ਦੇ ਸਾਰੇ ਜਿਹੜੇ ਇਸ ਦੇ ਨੌਕਰ ਸੀ, ਵੱਡੇ ਵੱਡੇ ਬਲਵਾਨ ਦੈਂਤ ਸੀ, ਇਹ ਸਾਰੇ ਦੇ ਸਾਰੇ ਚੱਲ ਪੈਂਦੀ ਹੈ। ਜਿੱਥੇ ਕਿਥੇ ਵੀ ਦਿਜ, ਪੰਡਤ, ਗਊ ਗਰੀਬ ਆਦਿ ਨੂੰ ਦੇਖਦੇ ਹੈ, ਵਿਸ਼ਨੂੰ ਦੇ ਭਗਤਾਂ ਨੂੰ ਦੇਖਦੇ ਹੈ, ਉੱਥੇ ਹੀ ਜਾ ਕੇ ਆਪਣਾ ਹਮਲਾ ਕਰ ਦਿੰਦੇ ਹਨ। ਇਤਿਹਾਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਦਿਜ ਸੁਰ ਕਾਰਨ ਤੈ ਨੈ ਮਾਰਾ। ਤਾਂ ਹਰਨਾਕਸ਼ ਉਸ ਟਾਈਮ, ਉਸ ਸਮੇਂ ਆਪਣੀ ਦੈਂਤਾਂ ਦੀ ਸਭਾ ਦੇ ਵਿੱਚ ਇਹ ਵੀ ਕਹਿੰਦਾ ਹੈ ਕਿ ਦਿਜ ਅਤੇ ਗਊ ਦੀ ਰੱਖਿਆ ਦੇ ਵਾਸਤੇ, ਦੇਵਤਿਆਂ ਅਤੇ ਮਨੁੱਖਾਂ ਦੀ ਰੱਖਿਆ ਦੇ ਵਾਸਤੇ ਉਸ ਵਿਸ਼ਨੂੰ ਭਗਵਾਨ ਨੇ ਮੇਰੇ ਭਰਾ ਹਿਰਨਕਸ਼ਪ ਨੂੰ ਮਾਰ ਦਿੱਤਾ ਹੈ। ਅਬੇ ਕੀਏ ਤੇ ਜਗਤ ਮਝਾਰਾ। ਦੁਨੀਆ ਦੇ ਵਿੱਚ ਇਹ ਦਿਜ ਪੰਡਤ ਅਤੇ ਸਵਰਗਾਂ ਦੇ ਦੇਵਤਾ ਨੂੰ ਅਭੈ ਕਰ ਦਿੱਤਾ ਕਿ ਉਹਨਾਂ ਦੇ ਮਨ ਦੇ ਵਿੱਚ ਕੋਈ ਵੀ ਸਾਡਾ ਡਰ ਨਹੀਂ ਰਿਹਾ। ਅਬ ਤੁਮ ਜਾਓ ਖੋਜ ਜਗ ਸਾਰੋ। ਤੇ ਆਪਣੇ ਨੌਕਰਾਂ ਨੂੰ ਕਹਿਣ ਲੱਗਿਆ ਹਰਨਾਕਸ਼ ਕਿ ਹੁਣ ਤੁਸੀਂ ਜਾਓ
ਔਰ ਦੁਨੀਆ ਦੇ ਵਿੱਚ ਥਾਂ ਥਾਂ ਤੇ ਜਾ ਕੇ ਖੋਜਣਾ ਕਰੋ। ਦਿਜ ਮੁਨ ਧੇਨ ਸਕਲ ਸੰਘਾਰੋ। ਔਰ ਜਿੱਥੇ ਕਿਤੇ ਵੀ ਤੁਸੀਂ ਵੱਡੇ ਵੱਡੇ ਰਿਸ਼ੀ ਮੁਨੀ ਦੇਖੋ, ਜਿੱਥੇ ਕਿਤੇ ਵੀ ਛੋਟੇ ਵੱਡੇ ਪੰਡਿਤ ਦੇਖੋ, ਬ੍ਰਾਹਮਣ ਦੇਖੋ, ਧੇਨ ਗਊ ਆਦਿ ਨੂੰ ਦੇਖਣਾ ਕਰੋ। ਜਹ ਜਹ ਦੇਖੋ ਵਿਸ਼ਨ ਉਪਾਸਨ। ਫਿਰ ਜਿੱਥੇ ਕਿਤੇ ਵੀ ਵਿਸ਼ਨੂੰ ਦੇ ਉਪਾਸ਼ਕ ਤੁਸੀਂ ਦੇਖੋਗੇ, ਤੈ ਤੈ ਕੀਜੈ ਬੇਗ ਬਿਨਾਸ਼ਨ। ਔਰ ਉਸੇ ਅਸਥਾਨਾਂ ਤੇ ਪਹੁੰਚ ਕੇ ਛੇਤੀ ਤੋਂ ਛੇਤੀ ਵਿਸ਼ਨੂੰ ਭਗਵਾਨ ਦੇ ਜਿੰਨੇ ਵੀ ਸੇਵਕ ਹਨ, ਉਪਾਸਕ ਹਨ, ਸਭਨਾਂ ਨੂੰ ਖਤਮ ਕਰਦੇ ਜਾਵੋ। ਅਸ ਸੁਨ ਆਇਸ ਤਵੇ ਪੁਆਲਾ। ਤਾਂ ਜਦ ਆਪਣੇ ਰਾਜੇ ਦੀ ਆਗਿਆ ਇਹਨਾਂ ਦੈਂਤਾਂ ਨੇ ਸੁਣਨਾ ਕੀਤੀ, ਤਾਏ ਦੈਂਤ ਵੱਡੇ ਬਿਕਰਾਲਾ। ਤਾਂ ਵੱਡੇ ਵੱਡੇ ਭਿਆਨਕ ਦੈਂਤ ਜੋ ਸੀ, ਉਹ ਸਾਰੇ ਦੇ ਸਾਰੇ ਇਹ ਆਗਿਆ ਹੁੰਦੇ ਹੀ ਦੌੜ ਪੈਂਦੇ ਹਨ। ਤਿਨ ਕੇ ਨਾਮ ਕਹੋ ਸੁਨ ਸੋ। ਇੱਥੇ ਕਵੀ ਜੀ ਉਹਨਾਂ ਦੈਂਤਾਂ ਦੇ ਵਿੱਚੋਂ ਕੁਝ ਕੁ ਦੈਂਤਾਂ ਦੇ ਨਾਮ ਵੀ ਲਿਖਣਾ ਕਰਦੇ ਹਨ। ਦਵੇ ਸਿਰ ਸੰਬਰ ਨਮੂਚੀ ਜੋ। ਇੱਕ ਦਵੈ ਸਿਰ, ਦੋ ਸਿਰਾਂ ਨਾਮ ਦਾ ਦੈਂਤ, ਜਿਸ ਨੂੰ ਦੋ ਸਿਰਾ ਦੈਂਤ ਕਿਹਾ ਜਾਂਦਾ ਸੀ। ਇੱਕ ਸੰਬਰ ਨਾਮ ਦਾ, ਇੱਕ ਨਮੁੰਚੀ ਨਾਮ ਦਾ। ਇਹ ਵੱਡੇ ਵੱਡੇ ਭਾਰੇ ਦੈਂਤ ਸਨ। ਤੀਨ ਨੈਣ ਪੁਨ ਇਲਵਲ ਪਾਕਾ। ਇੱਕ ਤੀਨ ਨੈਣ ਤਿੰਨ ਨੇਤਰਾ ਕਰਕੇ ਇੱਕ ਇਲਵਲ ਨਾਮ ਦਾ ਇਹ ਵੱਡੇ ਦੈਂਤ ਸਨ। ਸकुन ਮਲੋਮਨ ਅਤ ਵੱਡ ਜਾਕਾ। ਮਲੋਮਨ ਆਦਿ ਨਾਮ ਦੇ ਜੋ ਵੱਡੇ ਹਰਨਾਕਸ਼ ਦੈਂਤ ਦੇ ਪਾਸ ਇਹ ਦੈਂਤ ਰੱਖੇ ਹੋਏ ਸਨ। ਵਿਪਰ ਚਿਤ ਤੇ ਆਦ ਅਪਾਰਾ। ਵਿਪਰ ਚਿਤ ਆਦਿ ਇਹ ਬਹੁਤ ਸਾਰੇ ਵੱਡੇ ਵੱਡੇ ਹਰਨਾਕਸ਼ ਦੇ ਪਾਸ ਰੱਖੇ ਹੋਏ ਰਾਖਸ਼ ਸਨ। ਸੁਨ ਰਜਾਏ ਗੇ ਜਗਤ ਮਝਾਰਾ। ਇਸ ਤਰ੍ਹਾਂ ਦੇ ਭਿਆਨਕ ਸ਼ਰੀਰਾਂ ਵਾਲੇ, ਭਿਆਨਕ ਵੇਖਾਂ ਵਾਲੇ ਦੈਂਤ ਇਹ ਹਰਨਾਕਸ਼ ਦੀ ਆਗਿਆ ਹੋਣ ਦੇ ਨਾਲ ਹੀ, ਹੁਕਮ ਹੋਣ ਦੇ ਨਾਲ ਹੀ ਹੁਣ ਵਿਸ਼ਨੂੰ ਭਗਵਾਨ ਦੇ ਭਗਤਾਂ ਦਾ ਨਾਸ ਕਰਨ ਦੇ ਵਾਸਤੇ ਦੌੜ ਪੈਂਦੇ ਹਨ। ਮੁਨਵਰ ਵਿਪਰ ਬ੍ਰਿੰਦ ਜੈ ਰਹੀ। ਇਹ ਦੇਖਦੇ ਹਨ ਜਿੱਥੇ ਕਿਤੇ ਵੀ ਵੱਡੇ ਛੋਟੇ ਮੁਨੀ ਰਹਿੰਦੇ ਹਨ, ਰਿਸ਼ੀ ਮੁਨੀ ਰਹਿੰਦੇ ਹਨ, ਵੱਡੇ ਛੋਟੇ ਬ੍ਰਾਹਮਣ ਪੰਡਤ ਆਦਿ ਰਹਿੰਦੇ ਹਨ। ਕਰੇ ਉਪਦਰਵ ਮਿਲ ਕਰ ਤੈਹੀ। ਔਰ ਉੱਥੇ ਉੱਥੇ ਬੜੀਆਂ ਟੋਲੀਆਂ ਬਣਾ ਬਣਾ ਕੇ ਪਹੁੰਚਦੇ ਹਨ। ਬੜਾ ਉਪਦਰਵ, ਬੜਾ ਪਾਪ, ਬੜਾ ਜ਼ੁਲਮ ਕਰਦੇ ਹਨ। ਗ੍ਰਾਮ ਨਗਰ ਕੋ ਅਗਨ ਲਗਾਵੇਂ। ਔਰ ਵੱਡੇ ਵੱਡੇ ਸ਼ਹਿਰਾਂ ਨੂੰ, ਨਗਰਾਂ ਨੂੰ ਅੱਗ ਲਗਾ ਕੇ ਸਾੜ ਰਹੇ ਹਨ। ਮਾਰਹਿ ਵਿਪਰ ਤੈਨ ਜੈ ਪਾਵੇਂ। ਜਿੱਥੇ ਕਿਤੇ ਵੀ ਪੰਡਤ ਅਤੇ ਗਊ ਗਰੀਬ ਦੇਖਦੇ ਹਨ ਤੇ ਉਸੇ ਟਾਈਮ ਹਮਲਾ ਕਰਕੇ ਉਹਨਾਂ ਦਾ ਨਾਸ ਕਰਦੇ, ਖਤਮ ਕਰ ਦਿੰਦੇ ਹਨ। ਦੀਨੋ ਅਸ ਪ੍ਰਕਾਰ ਬਹੁਤ ਰਾਸਾ। ਇਸ ਤਰ੍ਹਾਂ ਕਰਕੇ, ਇਸ ਤਰ੍ਹਾਂ ਦਾ ਜ਼ੁਲਮ ਕਰਕੇ ਇਹਨਾਂ ਨੇ ਦੁਨੀਆ ਦੇ ਵਿੱਚ ਥਾਂ ਥਾਂ ਤੇ ਬੜੀ ਤਰਥੱਲੀ ਮਚਾ ਦਿੱਤੀ। ਭਾਜੇ ਮਨ ਦਿਜ ਤਜੇ ਨਿਵਾਸਾ। ਤਾਂ ਹੁਣ ਜਿੱਥੇ ਕਿਤੇ ਵੀ ਪਤਾ ਚੱਲਦਾ ਕਿ ਉਹ ਵੱਡੇ ਵੱਡੇ ਦੈਂਤ ਆ ਰਹੇ ਹਨ, ਰਾਖਸ਼ ਆ ਰਹੇ ਹਨ, ਤੇ ਰਿਸ਼ੀ ਮੁਨੀ ਪਹਿਲੇ ਹੀ ਦੇਖ ਕੇ ਇੱਧਰ ਉੱਧਰ ਦੌੜ ਜਾਂਦੇ। ਮੰਦਰ ਢਾਏ ਮਿਲਾਵੇਂ ਧੂਰੀ। ਜਿੱਥੇ ਕਿਤੇ ਵੀ ਦੇਵੀ ਦੇਵਤਿਆਂ ਦੇ ਛੋਟੇ ਵੱਡੇ ਮੰਦਰ ਬਣਾਏ ਹੋਏ ਸੀ, ਤਾਂ ਇਹਨਾਂ ਨੇ ਇਹੋ ਜਿਹਾ ਉਦਮ ਮਚਾਇਆ ਕਿ ਉਹ ਸਾਰੇ ਦੇ ਸਾਰੇ ਮੰਦਰ ਢਾਹ ਢਾਹ ਕੇ ਮਿੱਟੀ ਵਿੱਚ ਮਿਲਾ ਰਹੇ ਹਨ। ਜਗ ਹੋਮ ਤਪ ਕੀਏ ਸਭ ਦੂਰੀ। ਜਿੱਥੇ ਕਿਤੇ ਵੀ ਜਗ ਆਦਿ, ਹੋਮ ਆਦਿ ਕੀਤੇ ਜਾਂਦੇ ਸਨ, ਸਾਰੇ ਦੇ ਸਾਰੇ ਇਹਨਾਂ ਨੇ ਜਗ੍ਹਾ ਆਦਿ ਢਾਹ ਕੇ ਖਤਮ ਕਰ ਦਿੱਤੇ। ਜਗ ਆਦਿ ਹੋਣੇ ਸਭ ਬੰਦ ਕਰ ਦਿੱਤੇ। ਵਿਆਕੁਲ ਪਈ ਪਰਜਾ ਤਵ ਭਾਰੀ। ਜਦੋਂ ਇਹੋ ਜਿਹਾ ਉਦਮ ਮਚਾਇਆ ਇਹਨਾਂ ਨੇ, ਤਾਂ ਸਾਰੀ ਦੀ ਸਾਰੀ ਪਰਜਾ, ਸਾਰੀ ਦੀ ਸਾਰੀ ਦੁਨੀਆ, ਇਸ ਦੁਨੀਆ ਤੇ ਰਹਿਣ ਵਾਲੇ ਜੀਵ ਬੜੇ ਦੁਖੀ ਅਤੇ ਬੜੇ ਚਿੰਤਾਤੁਰ ਹੋ ਜਾਂਦੇ ਹਨ। ਗਿਰੇ ਸੁਰਗ ਤੇ ਜੇ ਸੁਰ ਝਾਰੀ। ਔਰ ਇੱਥੋਂ ਤੱਕ ਕਿ ਇਹਨਾਂ ਨੇ ਸਵਰਗ ਤੱਕ ਵੀ ਆਪਣਾ ਜਾ ਕੇ ਹਮਲਾ ਕਰ ਦਿੱਤਾ। ਉਸ ਸਥਾਨ ਤੇ ਵੀ ਆਪਣਾ ਹਮਲਾ ਕੀਤਾ ਵੱਡੇ ਵੱਡੇ ਦੈਂਤਾਂ ਨੇ, ਤੇ ਉਹ ਉਸ ਸਥਾਨ ਤੇ ਰਹਿਣ ਵਾਲੇ ਦੇਵਤੇ, ਉਹਨਾਂ ਨੂੰ ਬੜੀ ਵਿਪਤਾ ਪਾ ਦਿੱਤੀ। ਅਪਰ ਵੇਗ ਤਰ ਛਿਤ ਮੈਂ ਰਹੀ। ਹੁਣ ਦੇਵਤੇ ਵੀ ਵੱਡੇ ਵੱਡੇ ਜਿਹੜੇ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕੇ, ਤੇ ਉਹ ਦੇਵਤੇ ਵੀ ਆਪਣੀ ਪੁਰੀ ਨੂੰ ਛੱਡ ਕੇ ਇੱਧਰ ਉੱਧਰ ਦੌੜੇ। ਔਰ ਇਸ ਦੁਨੀਆ ਦੇ ਵਿੱਚ ਆਪਣੇ ਰੂਪ ਬਦਲ ਕੇ, ਸਰੀਰ ਬਦਲ ਕੇ
ਆਮ ਇਨਸਾਨਾਂ ਦੀ ਤਰ੍ਹਾਂ ਰਹਿਣ ਲੱਗੇ। ਜਗ ਹੋਮ ਕੋ ਨਾਮ ਨਾ ਕਹੀ। ਹੁਣ ਦੇਵਤੇ ਆਪਣੇ ਸਰੀਰ ਬਦਲ ਕੇ, ਰੂਪ ਬਦਲ ਕੇ ਆਮ ਇਨਸਾਨਾਂ ਵਾਂਗੂ ਹੋ ਕੇ ਜਾਣੇ ਲੁਕ ਛਿਪ ਕੇ ਦੁਨੀਆ ਤੇ ਰਹਿਣ ਲੱਗੇ। ਤੇ ਜਿਹੜੇ ਹੋਮ ਜਗ ਆਦਿ ਕਰਨੇ ਸੀ, ਇਹਨਾਂ ਦੇ ਤੇ ਕੋਈ ਨਾਮ ਨਿਸ਼ਾਨ ਵੀ ਨਾ ਰਿਹਾ। ਦੋਹਰਾ ਹਿਰਨ ਕਸ਼ਪ ਮਮ ਪਿਤਾ ਤਵ ਗਇਓ ਕਰਨ ਤਪ ਹੇਤ। ਭਗਤ ਪ੍ਰਹਿਲਾਦ ਸਾਰੀ ਵਾਰਤਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਔਰ ਭਾਈ ਬਾਲੇ ਮਰਦਾਨੇ ਦੇ ਪਾਸ ਆਪ ਸੁਣਾ ਰਹੇ ਹਨ। ਉਸ ਟਾਈਮ ਇਹ ਵਾਰਤਾ ਸੁਣਾਉਂਦੇ ਹੋਏ ਭਗਤ ਪ੍ਰਹਿਲਾਦ ਜੀ ਕਹਿਣ ਲੱਗੇ ਕਿ ਦੇਖੋ ਜੀ, ਫਿਰ ਉਸ ਟਾਈਮ ਜਦ ਇੰਨਾ ਉਪਦਰਵ, ਇੰਨਾ ਜ਼ੁਲਮ ਹੋਣਾ ਸ਼ੁਰੂ ਹੋ ਗਿਆ ਇਸ ਧਰਤੀ ਤੇ ਦੁਨੀਆ ਤੇ, ਇਹ ਹਰਨਾਕਸ਼ ਨੇ, ਮੇਰੇ ਪਿਤਾ ਨੇ, ਪ੍ਰਹਿਲਾਦ ਕਹਿਣ ਲੱਗਾ ਮੇਰੇ ਪਿਤਾ ਨੇ ਇਹ ਹੁਕਮ ਦੇ ਦਿੱਤਾ ਸੀ। ਇਹ ਹੁਕਮ ਸੁਣਦੇ ਹੀ ਉਹਨਾਂ ਦੈਂਤਾਂ ਨੇ ਇਹੋ ਜਿਹੀ ਤਰਥੱਲੀ ਮਚਾ ਦਿੱਤੀ ਜਿੱਥੇ ਕਿਥੇ। ਤਾਂ ਉਸ ਟਾਈਮ ਕਹਿਣ ਲੱਗੇ ਫਿਰ ਆਪ ਹਰਨਾਕਸ਼ ਭਗਤ ਪ੍ਰਹਿਲਾਦ ਜੀਆਂ ਦਾ ਪਿਤਾ, ਤੇ ਉਹ ਆਪ ਤਪੱਸਿਆ ਕਰਨ ਦੇ ਵਾਸਤੇ ਚਲਿਆ ਗਿਆ ਕਿ ਮੈਂ ਐਡਾ ਵੱਡਾ ਤਪ ਕਰਨਾ, ਤਪੱਸਿਆ ਕਰਨੀ ਹੈ, ਹਰ ਕੋਈ ਨਾ ਕੋਈ ਐਸੀ ਪਾਵਰ, ਐਸੀ ਸ਼ਕਤੀ ਤਪ ਦੇ ਵਿੱਚੋਂ ਪ੍ਰਾਪਤ ਕਰਕੇ ਫਿਰ ਵਿਸ਼ਨੂੰ ਭਗਵਾਨ ਦੇ ਪਾਸੋਂ ਜਾ ਕੇ ਆਪਣਾ ਬਦਲਾ ਲਵਾਂਗਾ। ਜੀਤੋਂ ਦਿਗ ਦਿਗਪਾਲ ਉਤ ਏ ਸੰਕਲਪ ਸਮੇਤ। ਸੋਚਦਾ ਹੈ ਹਰਨਾਕਸ਼ ਕਿ ਇਹੋ ਜੀ ਤਪੱਸਿਆ, ਘੋਰ ਕਠਨ ਤਪੱਸਿਆ ਕਰਨੀ ਹੈ ਕਿ ਜਿੰਨੇ ਵੀ ਦਸਾਂ ਦਿਸ਼ਾ ਦੇ ਦੇਵਤੇ ਹਨ ਨਾ, ਦਿਗਪਾਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਸਾਰੇ ਦਿਗਪਾਲਾਂ ਆਦਿ ਨੂੰ ਮੈਂ ਜਿੱਤ ਲੈਣਾ ਹੈ। ਚੌਪਈ ਦਿਡ ਵਿਚਾਰਿਓ ਕਰ ਉਰ ਆਪੋ। ਜਦ ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ, ਲਗਿਓ ਕਰਨ ਤਵ ਸਹਿਤ ਸੰਤਾਪੋ। ਤਾਂ ਹਰਨਾਕਸ਼ ਬਹੁਤ ਕਠਨ ਤਪ ਆਰੰਭ ਕਰ ਦਿੰਦਾ ਹੈ। ਮੰਦਰ ਗਿਰ ਦ੍ਰੋਣੀ ਪਰ ਠਾਡਾ। ਤਾਂ ਉਹਨਾਂ ਨੇ ਮੰਦਰਾਚਲ ਪਰਬਤ ਦੇ ਉੱਪਰ ਜਾ ਕੇ ਉਸ ਸਥਾਨ ਤੇ ਤਪੱਸਿਆ ਸ਼ੁਰੂ ਕੀਤੀ। ਮੰਦਰਾਚਲ ਪਰਬਤ ਦੀ ਟੀਸੀ ਦੇ ਉੱਪਰ, ਸਿਖਰ ਦੇ ਉੱਪਰ ਬੈਠੇ ਸਨ। ਮਹਾ ਉਗਰ ਤਪ ਸੋਹਿਤ ਬਾਡਾ। ਬੜਾ ਉਗਰ ਤਪ, ਬੜਾ ਤੇਜ ਤਪ, ਜਾਣੇ ਬੜਾ ਕਠਨ ਤਪ ਕੀਤਾ, ਜਿਸ ਤਪ ਦੇ ਵਿੱਚ ਬੜੀ ਸਰੀਰ ਨੂੰ ਖੇਚਲ ਝੱਲਣੀ ਪੈਂਦੀ ਸੀ। ਬੜਾ ਉਗਰ ਕਠਨ ਤਪ ਹਰਨਾਕਸ਼ ਨੇ ਆਰੰਭ ਕਰ ਦਿੱਤਾ। ਊਰਦ ਬਾਓ ਜਟਾ ਸਮਪਾਨਾ। ਔਰ ਇੱਕ ਸਥਾਨ ਤੇ ਖੜ ਕੇ ਔਰ ਆਪਣੀਆਂ ਉੱਚੀਆਂ ਬਾਹਾਂ ਕੀਤੀਆਂ। ਛਿਤ ਪਰ ਪਗ ਅੰਗੁਸ਼ਟ ਟਿਕਾਨਾ। ਤੇ ਫਿਰ ਖੜਾ ਵੀ ਇਸ ਤਰੀਕੇ ਦੇ ਨਾਲ ਕਿ ਆਪਣੇ ਪੈਰ ਦੇ ਅੰਗੂਠਿਆਂ ਦੇ ਸਾਰੇ, ਪੈਰ ਦੇ ਅੰਗੂਠਿਆਂ ਦੇ ਭਾਰ ਤੇ ਖੜ ਕੇ ਔਰ ਕਿੰਨਾ ਲੰਮਾ ਸਮਾਂ ਆਪਣੀਆਂ ਬਾਹਾਂ ਉੱਚੀਆਂ ਕਰਕੇ। ਹੁਣ ਪੈਰ, ਇੱਕ ਪੈਰ ਤੇ ਕਿਸੇ ਨੂੰ ਖੜਨਾ ਪੈ ਜਾਵੇ ਤੇ ਉਹ ਥੋੜੇ ਸਮੇਂ ਦੇ ਵਿੱਚ ਹੀ ਵਿਆਕੁਲ ਹੋ ਜਾਵੇਗਾ, ਦੁਖੀ ਹੋ ਜਾਵੇਗਾ, ਡਿੱਗ ਪਵੇਗਾ। ਪਰ ਇਸਨੇ ਕਠਨ ਤਪ ਆਰੰਭ ਕੀਤਾ, ਆਪਣੇ ਦੋਨੇ ਪੈਰਾਂ ਦੇ ਅੰਗੂਠਿਆਂ ਦੇ ਭਾਰ ਤੇ ਖੜ ਕੇ ਇਹ ਕਠਨ ਤਪ ਆਰੰਭ ਕਰ ਦਿੱਤਾ। ਤੈ ਅਲੰਬ ਠਾਂਡੋ ਕਿਤ ਕਾਨਾ। ਕਿੰਨਾ ਲੰਮਾ ਸਮਾਂ ਇਸੇ ਤਰ੍ਹਾਂ ਹੀ ਤਪੱਸਿਆ ਕਰਦਿਆਂ ਕਰਦਿਆਂ ਬਤੀਤ ਹੋ ਜਾਂਦਾ ਹੈ। ਕੀਨ ਕਠਨ ਤਪ ਜਬੇ ਵਿਸਾਲਾ। ਜਦ ਬਹੁਤ ਸਾਰਾ ਲੰਮਾ ਸਮਾਂ ਇਸ ਤਰ੍ਹਾਂ ਘੋਰ ਤਪੱਸਿਆ ਹਰਨਾਕਸ਼ ਨੇ ਕਰਨਾ ਕੀਤੀ। ਜਟ ਤੇ ਅਗਨ ਧੂਮ ਪ੍ਰਕਾਸ਼ਾ। ਤੇ ਇਸ ਦੀ ਤਪੱਸਿਆ ਦੇ ਬਲ ਕਰਕੇ ਕੀ ਹੋਇਆ ਕਿ ਇਸ ਦੀਆਂ ਜਟਾਵਾਂ ਦੇ ਵਿੱਚੋਂ ਅਗਨੀ ਅਤੇ ਧੂਆਂ ਇੰਨਾ ਨਿਕਲਣਾ ਆਰੰਭ ਹੋਇਆ ਕਿ ਦੁਨੀਆ ਦੇ ਵਿੱਚ ਰਹਿਣ ਵਾਲੇ ਜੀਵ ਵਿਆਕੁਲ ਹੋ ਜਾਂਦੇ ਹਨ। ਪਸਰ ਪਰਿਓ 134 ਪਾਸਾ। ਚਾਰੇ ਪਾਸੇ ਅਗਨੀ ਧੂਆਂ ਇਸ ਦੁਨੀਆ ਦੇ ਵਿੱਚ ਪਸਰ ਜਾਂਦਾ ਹੈ। ਅਦ ਉਰਦ ਸਭ ਜਗਤ ਮਝਾਰੀ। ਤੇ ਸਾਰੇ ਜਗਤ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਲੋਕ ਰਹਿਣ ਵਾਲੇ ਦੁਖੀ ਹੋਏ। ਤਹਿ ਤੇ ਵਿਆਕੁਲ ਸੁਰ ਨਰ ਚਾਰੀ। ਇੱਥੋਂ ਤੱਕ ਕਿ ਸਵਰਗਾਂ ਦੇ ਵਿੱਚ ਰਹਿਣ ਵਾਲੇ ਦੇਵਤੇ, ਉਹ ਵੀ ਇਸਨੇ ਆਪਣੀ ਘੋਰ ਤਪੱਸਿਆ ਕਰਕੇ ਅਰੇ ਆਪਣੇ ਦੈਂਤ ਇੱਧਰ ਉੱਧਰ ਭੇਜ ਕੇ ਹਮਲੇ ਦੇ ਵਾਸਤੇ ਸਾਰਿਆਂ ਨੂੰ ਵਿਆਕੁਲ ਕਰ ਦਿੱਤਾ। ਕਿਤੇ ਦੁਨੀਆ ਦੇ ਜੀਵ, ਕਿਤੇ ਸਵਰਗਾਂ ਦੇ ਵਿੱਚ ਰਹਿਣ ਵਾਲੇ ਦੇਵਤੇ, ਸਾਰੇ ਦੇ ਸਾਰੇ ਬੜੇ ਵਿਆਕੁਲ, ਬੜੇ ਦੁਖੀ ਹੋ ਜਾਂਦੇ ਹਨ। ਛੁਪਤ ਸਿੰਧ ਤਾਰਾ ਗਣ ਗਿਰੀ। ਇਹਦੀ ਤਪੱਸਿਆ ਦਾ ਬਲ ਕਰਕੇ ਜਿੱਥੇ ਕਿਤੇ ਸਮੁੰਦਰਾਂ ਦੇ ਵਿੱਚ ਭੁਚਾਲ ਆਉਣ ਲੱਗ ਜਾਂਦੀ ਹੈ, ਔਰ ਇਸੇ ਤਰ੍ਹਾਂ ਤਾਰਾਗਣ, ਆਕਾਸ਼ ਦੇ ਤਾਰੇ ਟੁੱਟ ਕੇ ਡਿੱਗਣੇ
ਆਰੰਭ ਹੋ ਜਾਂਦੇ ਹਨ। ਦੇਹ ਦਿਸ ਪਰਲੇ ਜਵਾਲ ਜਨ ਜਰਹੀ। ਜਿੱਥੇ ਕਿੱਥੇ ਅੱਗ ਦੀ ਪਰਲੋ, ਪਾਣੀ ਦੀ ਪਰਲੋ, ਇਸ ਤਰ੍ਹਾਂ ਦੀਆਂ ਪਰਲੋਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਦੀਪ ਸਹਿਤ ਛਿਤ ਸਰਵ ਵਿਸਾਲਾ। ਔਰ ਸਾਰੇ ਦੀਪ, ਸਾਰੀ ਧਰਤੀ ਇਸੇ ਤਰ੍ਹਾਂ ਦੇ ਨਾਲ ਹੋ ਜਾਂਦੀ ਹੈ। ਸੈਲ ਸੰਪੂਰਨ ਪਾਪ ਉਚਾਲਾ। ਜਿੱਥੇ ਕਿਤੇ ਵੀ ਛੋਟੇ ਵੱਡੇ ਪਹਾੜ ਸਨ, ਆਮ ਸਭ ਧਰਤੀ ਸੀ, ਸਾਰੇ ਕਿਤੇ ਛੋਟੇ ਵੱਡੇ ਭੁਚਾਲ ਆਉਣੇ ਸ਼ੁਰੂ ਹੋ ਜਾਂਦੇ ਹਨ। ਕਿਉਂਕਿ ਹਰਨਾਕਸ਼ ਨੇ ਜੋ ਤਪੱਸਿਆ ਆਰੰਭ ਕੀਤੀ ਸੀ ਨਾ, ਇਸ ਦਾ ਮੇਨ ਕਾਰਨ ਹੀ ਇਹ ਸੀ। ਇਸੇ ਸੰਕਲਪ ਨੂੰ ਲੈ ਕੇ ਇਸ ਨੇ ਤਪੱਸਿਆ ਕੀਤੀ ਸੀ ਕਿ ਵਿਸ਼ਨੂੰ ਭਗਵਾਨ ਨੇ ਮੇਰੇ ਭਰਾ ਨੂੰ ਮਾਰ ਦਿੱਤਾ ਹੈ, ਛਲ ਵੱਲ ਕਰਕੇ ਬਰਾਹ ਦਾ ਰੂਪ ਧਾਰ ਕੇ, ਤੇ ਮੈਂ ਉਹਨਾਂ ਦੇ ਪਾਸੋਂ ਬਦਲਾ ਲੈਣਾ ਹੈ। ਜਿੰਨੀ ਵੀ ਉਹਨਾਂ ਦੀ ਇਹ ਰਚੀ ਹੋਈ ਪਰਜਾ ਹੈ, ਦੇਵਤੇ ਹੈ, ਸਭ ਨੂੰ ਦੁਖੀ ਕਰਨਾ, ਸਭ ਨੂੰ ਖਤਮ ਕਰ ਦੇਣਾ ਹੈ। ਇਹੋ ਜਿਹਾ ਸੰਕਲਪ ਕਰਕੇ ਜਦ ਇਸ ਨੇ ਪਰਜਾ ਨੂੰ ਦੁਖੀ ਕਰਨ ਦੇ ਵਾਸਤੇ ਇਹ ਤਪੱਸਿਆ ਆਰੰਭ ਕੀਤੀ, ਜਦ ਇਸ ਦੀ ਤਪੱਸਿਆ ਦੇ ਵਿੱਚ ਸਿੱਧੀ ਹੋਈ, ਸ਼ਕਤੀ ਹੋਈ, ਤੇ ਇਸ ਤਰ੍ਹਾਂ ਇਸ ਦੁਨੀਆ ਦੇ ਵਿੱਚ ਭੁਚਾਲ ਆਉਣੇ ਸ਼ੁਰੂ ਹੋ ਜਾਂਦੇ ਹਨ। ਵੱਡੋ ਤਰਾਸ ਤਰ ਔਰ ਸੁਰ ਸਾਰੇ। ਜਦ ਦੇਵਤਿਆਂ ਦੇ ਵਿੱਚ ਇਸ ਗੱਲ ਦਾ ਕਾਫੀ ਇਸ ਗੱਲ ਦੀ ਚਰਚਾ ਹੋਈ ਤਾਂ ਸਾਰੇ ਦੇਵਤੇ ਆਪਸ ਵਿੱਚ ਮਿਲ ਕੇ ਇਸ ਵਿਚਾਰ ਨੂੰ ਕਰਦੇ ਹਨ। ਕਮਲਾਸਨ ਕੇ ਪਾਸ ਪਧਾਰੇ। ਸਾਰੇ ਵਿਚਾਰ ਕਰਕੇ ਕਿ ਦੇਖੋ ਇੰਨਾ ਕਠਨ ਤਪ ਆਰੰਭ ਕੀਤਾ ਹੈ, ਔਰ ਇਸ ਤਪ ਦੇ ਨਾਲ ਤੇ ਇਸ ਨੇ ਸਾਰੇ ਰੱਬ ਦੇ ਭਗਤਾਂ ਨੂੰ ਖਤਮ ਕਰ ਦੇਣਾ ਹੈ, ਸਾਰੇ ਦੇਵਤਿਆਂ ਨੂੰ ਖਤਮ ਕਰਕੇ, ਔਰ ਇੰਦਰਪੁਰੀ ਨੂੰ, ਸਵਰਗਪੁਰੀ ਨੂੰ ਵੀ ਖਾਲੀ ਕਰਵਾ ਲੈਣਾ ਹੈ। ਸਾਰੇ ਦੇਵਤਿਆਂ ਨੇ ਇਕੱਠੇ ਹੋ ਕੇ ਜਦ ਇਸ ਤਰ੍ਹਾਂ ਵਿਚਾਰ ਕੀਤੀ ਕਿ ਉਹ ਸਾਰੇ ਮਿਲ ਕੇ ਬਰਮਾ ਜੀਆਂ ਦੇ ਪਾਸ ਪਹੁੰਚ ਜਾਂਦੇ ਹਨ। ਬੰਧਨ ਕਰ ਨਿਜ ਬਿਨੈ ਸੁਨਾਈ। ਬਰਮਾ ਜੀਆਂ ਦੀ ਪੁਰੀ ਦੇ ਵਿੱਚ ਪਹੁੰਚੇ, ਬਰਮਾ ਜੀਆਂ ਦੇ ਪਾਸ ਪਹੁੰਚ ਕੇ ਨਮਸਕਾਰ ਕਰਕੇ, ਬੰਦਨਾ ਕਰਕੇ ਬਰਮਾ ਜੀਆਂ ਦੇ ਪਾਸ ਬੈਠ ਜਾਂਦੇ ਹਨ। ਕਸ ਨ ਚਿੰਤ ਤਮ ਲੋਕਨ ਰਾਈ। ਤਾਂ ਉਸ ਟਾਈਮ ਬਰਮਾ ਜੀਆਂ ਦੇ ਪਾਸ ਬੇਨਤੀ ਕੀਤੀ ਕਿ ਦੇਖੋ ਜੀ ਭਗਵਾਨ ਜੀ, ਆਪ ਕਿਸ ਤਰ੍ਹਾਂ ਇਸ ਸਥਾਨ ਤੇ ਨਿਚਿੰਤ ਹੋ ਕੇ ਬੈਠੇ ਹੋ। ਹਿਰਨ ਕਸ਼ਪ ਤਪ ਕਰਦ ਕਠੋਰਾ। ਔਰ ਆਪ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਮਾਤ ਲੋਕ ਦੇ ਵਿੱਚ, ਇਸ ਦੁਨੀਆ ਦੇ ਵਿੱਚ ਕੀ ਕੁਝ ਵਿਚਰ ਰਿਹਾ ਹੈ, ਕੀ ਉਹ ਪੱਧਰਵ ਹੋ ਰਹੇ ਹੈ, ਕੀ ਜ਼ੁਲਮ ਹੋ ਰਹੇ ਹੈ। ਔਰ ਆਪ ਇਸ ਸਥਾਨ ਤੇ ਬੜੇ ਆਨੰਦ ਦੇ ਵਿੱਚ ਬੈਠੇ ਹੋ, ਔਰ ਆਪ ਨੂੰ ਇਹਨਾਂ ਜੀਵਾਂ ਦੀ ਖਬਰ ਲੈਣੀ ਬਣਦੀ ਹੈ, ਕਿਉਂਕਿ ਉਸ ਪਰਮੇਸ਼ਵਰ ਨੇ ਇਸ ਬਰਮਾ ਜੀਆਂ ਦੀ ਹੀ ਡਿਊਟੀ ਲਗਾਈ ਸੀ ਇਸ ਦੁਨੀਆ ਦੀ ਪ੍ਰਤਪਾਲਨਾ ਕਰਨ ਦੇ ਵਾਸਤੇ, ਦੁਨੀਆ ਨੂੰ ਪੈਦਾ ਕਰਨ ਦੇ ਵਾਸਤੇ। ਤਾਂ ਦੇਵਤਿਆਂ ਨੇ ਬੇਨਤੀ ਕਰਕੇ ਸਭ ਵਾਰਤਾ ਦੱਸਣਾ ਕੀਤੀ। ਜਗ ਮੈਂ ਭੈ ਪਸਰਿਓ ਚੌ ਔਰਾ। ਕਹਿਣ ਲੱਗੇ ਜੀ ਦੇਖੋ ਇਸ ਦੁਨੀਆ ਦੇ ਵਿੱਚ ਤੇ ਜਿੱਥੇ ਕਿਥੇ ਉਹਨਾਂ ਦੈਂਤਾਂ ਦਾ, ਰਾਖਸ਼ਾਂ ਦਾ ਭੈ ਬਣਿਆ ਹੋਇਆ ਹੈ। ਇਕ ਛਿਨ ਧੀਰ ਨਾ ਰਹਿਤ ਹਮਾਰੀ। ਔਰ ਇਸ ਦੁਨੀਆ ਦੇ ਵਿੱਚ ਰਹਿਣ ਵਾਲੇ ਅਤੇ ਸਵਰਗਾਂ ਦੇ ਦੇਵਤੇ, ਕਿਸੇ ਦੇ ਵਿੱਚ ਵੀ ਇੱਕ ਛਿਣ ਵੀ ਕੋਈ ਧੀਰਜ ਧਾਰਨ ਨਹੀਂ ਹੁੰਦਾ। ਤੇ ਉਪਸ਼ਮ ਕੋ ਕਰੋ ਵਿਚਾਰੀ। ਕਹਿਣ ਲੱਗੇ ਤੁਸੀਂ ਇਹਨਾਂ ਦਾ ਕੋਈ ਨਾ ਕੋਈ ਤਾਂ ਯਤਨ ਕਰੋ, ਕੋਈ ਨਾ ਕੋਈ ਤਾਂ ਉਪਾਅ ਕਰੋ ਕਿ ਇਸ ਜ਼ੁਲਮ ਨੂੰ ਰੋਕਿਆ ਜਾ ਸਕੇ। ਲੋਕ ਤੁਮਾਰ ਨਾ ਨਾਸੈ ਜਾਵਦ। ਫਿਰ ਕਹਿਣ ਲੱਗੇ ਸਾਨੂੰ ਤੇ ਇਹ ਵੀ ਪਤਾ ਚੱਲਿਆ ਕਿ ਹੁਣ ਇੱਥੋਂ ਤੱਕ ਹੀ ਨਹੀਂ, ਕੇਵਲ ਦੁਨੀਆ ਅਤੇ ਸਵਰਗਪੁਰੀ ਤੱਕ ਹੀ ਨਹੀਂ, ਉਹ ਤੇ ਬਰਮਾ ਜੀਆਂ ਦੇ ਲੋਕ ਤੱਕ ਵੀ ਜਾ ਕੇ ਆਪਣੀ ਮਾਰ ਕਰੇਗਾ। ਆਪ ਪਾਏ ਕਰੋ ਕੋ ਤਾਵਦ। ਬਰਮਾ ਜੀਆਂ ਦੇ ਪਾਸ ਬੇਨਤੀ ਕੀਤੀ ਦੇਵਤਿਆਂ ਨੇ ਕਿ ਜਦੋਂ ਤੱਕ ਉਹ ਇਸ ਸਥਾਨ ਤੇ ਪਹੁੰਚਣ, ਉਸ ਤੋਂ ਪਹਿਲੇ ਆਪ ਜੀ ਕੋਈ ਨਾ ਕੋਈ ਵੱਡਾ ਯਤਨ ਜ਼ਰੂਰ ਕਰੋ। ਹਮ ਸੁਧ ਸੁਨੀ ਕਾਨ ਜਗਮਾਹੂ। ਦੇਵਤੇ ਕਹਿਣ ਲੱਗੇ ਅਸੀਂ ਆਪਣੇ ਕੰਨਾਂ ਰਾਹੀਂ, ਆਪਣੇ ਕੰਨਾਂ ਦੇ ਵਿੱਚ ਇਹ ਖਬਰ ਵੱਡੀ ਸੁਣੀ ਹੋਈ ਹੈ। ਲੈਨ ਬ੍ਰਹਮਪੁਰ ਕੀ ਤੈ ਚਾਹੂੰ। ਕਿ ਬ੍ਰਹਮਾ ਦੀ ਪੁਰੀ ਨੂੰ ਲੈਣ ਵਾਸਤੇ ਉਸ ਹਰਨਾਕਸ਼ ਨੇ ਘੋਰ ਤਪੱਸਿਆ ਆਰੰਭ ਕੀਤੀ ਹੋਈ ਹੈ। ਕੇਵਲ ਤੇ ਕੇਵਲ ਦੁਨੀਆ ਤੱਕ ਜਾਂ ਸਵਰਗਾਂ ਤੱਕ ਹੀ ਨਹੀਂ ਠਹਿਰੇਗਾ, ਇਸ ਬ੍ਰਹਮਪੁਰੀ ਤੱਕ ਆ ਕੇ ਆਪਣੀ ਮਾਰ ਕਰੇਗਾ, ਪਹੁੰਚ ਕਰੇਗਾ। ਪਾਪ ਪੁੰਨ ਕੋ ਭੇਦ ਮਿਟਾਉ। ਤੇ ਉਸ ਨੇ ਤੇ ਆਪਣੇ ਮਨ ਦੇ ਵਿੱਚ ਠਾਨੀ ਹੋਈ ਹੈ
ਕਿ ਬ੍ਰਹਮ ਲੋਕ ਤੱਕ ਆਪਣੀ ਪਹੁੰਚ ਕਰਕੇ ਬ੍ਰਹਮ ਲੋਕ ਤੇ ਆਪਣਾ ਕਬਜ਼ਾ ਕਰਕੇ ਬ੍ਰਹਮ ਲੋਕ ਨੂੰ ਜਿੱਤ ਕੇ ਤੇ ਫਿਰ ਇਸ ਦੁਨੀਆ ਸੰਸਾਰ ਦੇ ਵਿੱਚੋਂ ਪਾਪ ਅਤੇ ਪੁੰਨ ਦੋਨਾਂ ਨੂੰ ਖਤਮ ਕਰ ਦੇਵਾਂਗਾ। ਅਪਰ ਰੀਤ ਜਗ ਮੀਚ ਚਲਾਉ। ਦੁਨੀਆ ਦੇ ਵਿੱਚ ਮੈਂ ਨਵੀਂ ਹੀ ਰੀਤੀ ਤੋਰਾਂਗਾ। ਇਸ ਤਰ੍ਹਾਂ ਕਹਿਣ ਲੱਗੇ ਹਰਨਾਕਸ਼ ਨੇ ਠਾਨੀ ਹੈ ਕਿ ਦੁਨੀਆ ਦੇ ਵਿੱਚ ਨਵੀਂ ਹੀ ਰੀਤੀ ਤੋਰਾਂਗਾ, ਨਾ ਕਿਸੇ ਨੂੰ ਪਾਪ ਲੱਗੇਗਾ ਬੁਰੇ ਕਰਮਾਂ ਦਾ, ਨਾ ਕਿਸੇ ਨੂੰ ਪੁੰਨ ਲੱਗੇਗਾ। ਪਾਪ ਅਤੇ ਪੁੰਨ ਤੋਂ ਪਰੇ ਦੀ ਰੀਤੀ ਚਲਾ ਦੇਵਾਂਗਾ। ਅਸ ਪ੍ਰਕਾਰ ਜੋ ਹੋਏ ਕਦਾਪੀ। ਫਿਰ ਦੇਵਤੇ ਬੇਨਤੀ ਕਰਦੇ ਆ ਬਰਮਾ ਜੀਆਂ ਦੇ ਪਾਸ ਕਿ ਦੇਖੋ ਜੀ, ਜੇਕਰ ਇਸੇ ਤਰ੍ਹਾਂ ਕਿਤੇ ਹੋ ਜਾਵੇ ਮਿਟੇ ਵੇਦ ਵਿਦ ਪੁੰਨ ਰੋ ਪਾਪੀ। ਫਿਰ ਤੇ ਦੁਨੀਆ ਦੀ ਅਤੇ ਸਵਰਗ ਆਦਿ ਦੀ ਜਿਹੜੀ ਰੋਹ ਰੀਤੀ ਹੈ ਨਾ, ਮਰਿਆਦਾ ਹੈ, ਇਹ ਸਾਰੀ ਦੀ ਸਾਰੀ ਖਤਮ ਹੋ ਜਾਵੇਗੀ। ਜਿੱਥੇ ਪੂਜਾ ਪ੍ਰਤਿਸ਼ਠਾ ਆਦਿ ਦਾ ਨਾਮੋ ਨਿਸ਼ਾਨ ਵੀ ਨਹੀਂ ਰਹੇਗਾ। ਜਿਹੜੇ ਹੋਮ ਜਗ ਆਦਿ ਕਰਨੇ ਹਨ, ਇਹ ਸਭ ਕੁਝ ਖਤਮ ਹੋ ਜਾਵੇਗਾ। ਅਬ ਜਸ ਉਚਿਤ ਆਪ ਤਸ ਕਰੀਏ। ਤਾਂ ਸਾਰੀ ਬੇਨਤੀ ਕਰਨ ਤੋਂ ਬਾਅਦ ਇਹਨਾਂ ਦੇਵਤਿਆਂ ਨੇ ਜੋ ਜੋ ਵੀ ਵਿਚਾਰ ਕੀਤੀ ਸੀ ਨਾ, ਸਾਰੀ ਦੀ ਸਾਰੀ ਵਾਰਤਾ ਵਰਮਾ ਜੀਆਂ ਦੇ ਪਾਸ ਦੱਸੀ। ਦੱਸਣ ਤੋਂ ਬਾਅਦ ਕਹਿਣ ਲੱਗੇ ਜੀ ਦੇਖੋ, ਸਾਡੀ ਤੇ ਇਹ ਬੇਨਤੀ ਹੈ, ਅਸੀਂ ਸਾਰੀ ਵਾਰਤਾ ਆਪ ਦੇ ਪਾਸ ਦੱਸ ਦਿੱਤੀ ਹੈ। ਹੁਣ ਅੱਗੇ ਜੋ ਉਚਿਤ ਹੋਵੇ, ਜੋ ਲਾਇਕ ਹੋਵੇ ਕਰਨ ਦੇ, ਉਹ ਜ਼ਰੂਰ ਆਪ ਕੋਈ ਨਾ ਕੋਈ ਯਤਨ ਕਰੋ। ਨਾਥ ਜਗਤ ਸੰਕਟ ਪਰ ਹਰੀਏ। ਔਰ ਆਪ ਦੁਨੀਆ ਦੇ ਮਾਲਕ ਹੋ। ਇਸ ਸ੍ਰਿਸ਼ਟੀ ਨੂੰ ਸਾਜਣ ਦੇ ਵਾਸਤੇ ਪਰਮੇਸ਼ਵਰ ਨੇ ਆਪ ਦੀ ਡਿਊਟੀ ਲਾਈ ਹੈ। ਔਰ ਆਪ ਹੁਣ ਇਹਨਾਂ ਜੀਵਾਂ ਦੀ ਕਿਵੇਂ ਨਾ ਕਿਵੇਂ ਤੇ ਰੱਖਿਆ ਜ਼ਰੂਰ ਕਰੋ। ਗੋ ਦਿਵਜ ਤੇਨ ਜੇ ਸੰਤ ਮਹਾਨਾ। ਤਾਂ ਫਿਰ ਦੱਸਣਾ ਕੀਤਾ ਕਿ ਇਸ ਦੁਨੀਆ ਦੇ ਵਿੱਚ ਜਿੰਨੇ ਵੀ ਗਊ ਗਰੀਬ ਰਿਸ਼ੀ ਮੁਨੀ ਸਾਧੂ ਸੰਤ ਮਹਾਤਮਾ ਹਨ, ਕਰਨਹਾਰ ਸਭ ਕੇ ਕਲਿਆਣਾ। ਤੇ ਸਾਰੀ ਦੀ ਕਲਿਆਣ, ਸਾਰਿਆਂ ਦਾ ਭਲਾ ਆਪ ਹੀ ਕਰਨ ਵਾਲੇ ਹੋ। ਸਗਰੇ ਕਰਮ ਧਰਮ ਕੇ ਸੇਤੂ। ਸਾਰੇ ਕਰਮ ਧਰਮ ਜੋ ਇਸ ਦੁਨੀਆ ਦੇ ਵਿੱਚ ਚੱਲਦੇ ਸਨ, ਤੁਮ ਪੂਤਨ ਕੇ ਕਰਤਾ ਹੇਤੂ। ਸਾਰਿਆਂ ਦੇ ਕਰਤਾ ਤੁਸੀਂ ਆਪ ਹੋ ਕਿ ਤੁਹਾਡੇ ਦੁਆਰਾ ਬਣਾਈ ਗਈ ਮਰਿਆਦਾ ਤੇ ਹੀ ਕਰਮ ਧਰਮ ਦੁਨੀਆ 'ਚ ਹੁੰਦੇ ਹਨ। ਸੁਨ ਬਿਰੰਚ ਅਮਰਨ ਕੀ ਬਾਣੀ। ਜਦ ਇਸ ਤਰ੍ਹਾਂ ਬਰਮਾ ਜੀਆਂ ਨੇ ਦੇਵਤਿਆਂ ਦੀ ਬਾਣੀ, ਦੇਵਤਿਆਂ ਦੇ ਬਚਨ ਸੁਣਨਾ ਕੀਤੇ, ਨਿਜ ਹਿਤ ਕੀ ਲਖ ਕਰ ਸਨਮਾਨੀ। ਤਾਂ ਉਹਨਾਂ ਨੇ ਇਹ ਬੇਨਤੀ ਸੁਣ ਕੇ ਦੇਵਤਿਆਂ ਦਾ ਬੜਾ ਆਦਰ ਸਤਿਕਾਰ ਕੀਤਾ ਕਿ ਵਾਰਤਾ ਤੇ ਤੁਸੀਂ ਠੀਕ ਦੱਸੀ ਹੈ ਕਿ ਜਿਸ ਤਰ੍ਹਾਂ ਹੋ ਰਿਹਾ ਹੈ, ਇਸ ਉਪਦਰਵ ਨੂੰ, ਇਸ ਪਾਪ ਨੂੰ, ਇਸ ਜ਼ੁਲਮ ਨੂੰ ਕਿਵੇਂ ਨਾ ਕਿਵੇਂ ਜ਼ਰੂਰ ਰੋਕਣਾ ਚਾਹੀਦਾ ਹੈ। ਗਮਨਿਓ ਦੈਤ ਰਾਜ ਕੇ ਪਾਸਾ। ਤਾਂ ਉਸੇ ਟਾਈਮ ਬਰਮਾ ਜੀਆਂ ਨੇ ਜਦ ਦੇਵਤਿਆਂ ਦੀ ਬੇਨਤੀ ਸੁਣਨਾ ਕੀਤੀ ਤੇ ਦੇਵਤਿਆਂ ਦੀ ਬੇਨਤੀ ਨੂੰ ਸੁਣ ਕੇ ਮਨ ਦੇ ਵਿੱਚ ਵਿਚਾਰਿਆ ਕਿ ਇਹ ਦੁਨੀਆ ਦੇ ਉੱਪਰ, ਪ੍ਰਜਾ ਦੇ ਉੱਪਰ ਜੋ ਜ਼ੁਲਮ ਹੋ ਰਿਹਾ ਹੈ ਨਾ, ਉਪਦਰਵ ਪਾਪ ਹੋ ਰਹੇ ਹੈ, ਇਹਨਾਂ ਨੂੰ ਤੇ ਜ਼ਰੂਰ ਰੋਕਣਾ ਪਵੇਗਾ। ਤੇ ਇਹਨਾਂ ਨੂੰ ਰੋਕਣ ਦੇ ਵਾਸਤੇ, ਜਾਣੇ ਜੀਵਾਂ ਦੇ ਭਲੇ ਦੇ ਵਾਸਤੇ, ਵਰਮਾ ਜੀ ਉਸੇ ਟਾਈਮ ਜਿਸ ਸਥਾਨ ਤੇ ਹਰਨਾਕਸ਼ ਹੁਣ ਬੜਾ ਘੋਰ ਤਪ ਕਰ ਰਿਹਾ ਸੀ ਨਾ, ਕਿਉਂਕਿ ਤਪੱਸਿਆ ਕਰਦੇ ਕਰਦੇ ਨੂੰ ਬੜਾ ਲੰਮਾ ਸਮਾਂ, ਬੜਾ ਅਰਸਾ ਬਤੀਤ ਹੋ ਚੁੱਕਿਆ ਸੀ। ਫਿਰ ਕਿਤੇ ਜਾ ਕੇ ਇਹਦੀ ਤਪੱਸਿਆ ਦੇ ਵਿੱਚ ਸ਼ਕਤੀ ਪ੍ਰਾਪਤ ਹੋਈ ਸੀ। ਤਾਂ ਇਸ ਤਰ੍ਹਾਂ ਹੁਣ ਬਰਮਾ ਜੀ ਵਿਚਾਰ ਕਰਕੇ ਜਿਸ ਸਥਾਨ ਤੇ ਹਰਨਾਕਸ਼ ਤਪੱਸਿਆ ਕਰ ਰਿਹਾ ਸੀ ਨਾ, ਉਸ ਸਮੇਂ ਉਸ ਸਥਾਨ ਤੇ ਪਹੁੰਚ ਜਾਂਦੇ ਹਨ। ਕਰਦ ਕਠਨ ਥੋ ਤਪਜ ਆਸਾ। ਵੱਡਾ ਕਠਨ ਤਪ ਜਿਸ ਸਥਾਨ ਤੇ ਹਰਨਾਕਸ਼ ਕਰ ਰਿਹਾ ਸੀ, ਸੋ ਤੇ ਠਾਨ ਦੇਤ ਦਿਖਾਈ। ਤਾਂ ਬਰਮਾ ਜੀ ਆ ਕੇ ਉਸੇ ਸਥਾਨ ਤੇ ਪਹੁੰਚੇ। ਜਦ ਉਸੇ ਸਥਾਨ ਤੇ ਪਹੁੰਚੇ, ਇੱਧਰ ਉੱਧਰ ਚਾਰੇ ਪਾਸੇ ਨਿਗਾਹ ਮਾਰ ਕੇ ਦੇਖੀ ਤੇ ਉਹ ਮੰਦਰਾਚਲ ਪਰਬਤ ਜਿਸ ਸਥਾਨ ਤੇ ਤਪੱਸਿਆ ਕਰ ਰਿਹਾ ਸੀ ਹਰਨਾਕਸ਼, ਤੇ ਉਸ ਸਥਾਨ ਤੇ ਕਿਤੇ ਵੀ ਹਰਨਾਕਸ਼ ਦਿਖਾਈ ਨਾ ਦਿੱਤਾ। ਤਿਰਨ ਤਰ ਲਤਾ ਦੇਹ ਸਭ ਛਾਈ। ਤੇ ਜਦ ਆਪਣੀ ਦਿਵ ਦ੍ਰਿਸ਼ਟੀ ਦੇ ਨਾਲ ਦੇਖਿਆ ਤੇ ਉਸ ਸਥਾਨ ਤੇ ਹੁਣ ਹਰਨਾਕਸ਼ ਤਪੱਸਿਆ ਕਰ ਰਿਹਾ ਸੀ। ਬੜਾ ਅਰਸਾ, ਬੜੇ ਸਾਲ ਬਤੀਤ ਹੋ ਚੁੱਕੇ ਸਨ ਤਪੱਸਿਆ ਕਰਦੇ ਕਰਦੇ। ਤਾਂ ਦੇਖਣਾ ਕੀਤਾ ਕਿ ਜਿਸ ਸਥਾਨ ਤੇ ਹਰਨਾਕਸ਼ ਖੜਾ ਤਪੱਸਿਆ ਕਰ ਰਿਹਾ ਸੀ ਨਾ,
ਉਥੇ ਤੇ ਚਾਰੇ ਪਾਸੇ ਬਹੁਤ ਮਿੱਟੀ, ਬਹੁਤ ਬਰਮੀ ਜੰਮ ਚੁੱਕੀ ਸੀ। ਵੱਡੇ ਵੱਡੇ ਇਸ ਸਥਾਨ ਤੇ ਬੇਲ ਬੂਟੇ, ਬਾਸਾਂ ਆਦਿ ਦੇ ਦਰਖਤ ਖੜੇ ਹੋਏ ਸਨ। ਤਾਂ ਜਦ ਇਸ ਤਰ੍ਹਾਂ ਸੀ ਤੇ ਉਸ ਦੇ ਵਿੱਚ, ਉਸ ਦੇ ਅੰਦਰ ਜਾ ਕੇ ਕਿਤੇ ਹਰਨਾਕਸ਼ ਸੀ, ਔਰ ਇਸ ਦਾ ਸਰੀਰ ਵੀ ਇਸ ਤਰ੍ਹਾਂ ਦਾ ਹੋ ਚੁੱਕਿਆ ਸੀ ਕਿ ਕੇਵਲ ਤੇ ਕੇਵਲ ਹੱਡੀਆਂ ਦਾ ਢਾਂਚਾ ਹੀ ਬਾਕੀ ਰਿਹਾ ਸੀ। ਭੇਦ ਸਰੀਰ ਕੁਸਾ ਕੋ ਬਹੁਹਾ। ਤਾਂ ਜਦ ਇਸ ਸਥਾਨ ਤੇ ਦੇਖਿਆ, ਕੇਵਲ ਤੇ ਕੇਵਲ ਕੁਸਾ ਜਾਣੇ ਕੱਖ ਆਦਿ ਹੀ ਰਹਿ ਗਏ ਸਨ। ਬੇਨ ਬਿਰਛ ਕੇ ਖਰੇ ਸਮੂਹਾ। ਬਹੁਤ ਸਾਰੇ ਬਾਂਸ ਆਦਿ ਦੇ ਦਰਖਤ ਆਦਿ ਹੋਰ ਖੜੇ ਸਨ। ਬੰਬੀ ਜੇਤੇ ਚੌ ਓਰੇ। ਹਰਨਾਕਸ਼ ਦੇ ਸਰੀਰ ਦੇ ਪਾਸੇ ਚਾਰੇ ਪਾਸੇ ਬਰਮੀ ਜੰਮ ਚੁੱਕੀ ਸੀ। ਅਸਥੀ ਮਾਤਰ ਰਹਿ ਗਏ ਤੈ ਜੋਰੇ। ਕੇਵਲ ਅਸਥੀਆਂ ਹੀ, ਕੇਵਲ ਹੱਡੀਆਂ ਮਾਤਰ ਹੀ ਸਰੀਰ ਬਾਕੀ ਬਚਿਆ ਸੀ। ਤੁਚਾ ਮੇਦ ਸੁਨੋਨਤ ਪੁਨ ਮਾਸੂ। ਜਿਸ ਤਰ੍ਹਾਂ ਸਰੀਰ ਹੁੰਦਾ, ਸਰੀਰ ਦੀ ਚਮੜੀ, ਮੇਦ, ਮਿੱਝ, ਸਰੋਣ, ਖੂਨ, ਮਾਸ ਆਦਿ ਹੁੰਦਾ ਹੈ। ਪਖਗੀ ਸਭ ਪਪੀਲ ਕਾ ਤਾਸੂ। ਪਪੀਲ ਕਾ ਜਾਣੇ ਕੀੜੀਆਂ ਆਦਿ, ਇਹ ਛੋਟੇ ਛੋਟੇ ਕੀੜੀਆਂ ਆਦਿ ਜਾਨਵਰਾਂ ਨੇ ਸਾਰੇ ਸਰੀਰ ਦਾ ਮਾਸ ਆਦਿ, ਖੂਨ ਆਦਿ ਇਹ ਸਭ ਖਤਮ ਕਰ ਦਿੱਤਾ ਸੀ। ਯੋ ਬੰਬੀ ਤਿਨ ਮਾਏ ਪ੍ਰਕਾਸ਼ੇ। ਇਸ ਤਰ੍ਹਾਂ ਇੱਕ ਮਿੱਟੀ ਜੰਮੀ ਹੋਈ, ਬਰਮੀ ਜੰਮੀ ਹੋਈ, ਜਿਸ ਦੇ ਵਿੱਚ ਹੱਡੀਆਂ ਦਾ ਢਾਂਚਾ ਬਣਿਆ ਹੋਇਆ ਹਰਨਾਕਸ਼ ਦਾ ਸਰੀਰ ਸੀ। ਤੇ ਬਰਮਾ ਜੀਆਂ ਨੇ ਦੇਖਣਾ ਕੀਤਾ। ਮਨੋ ਮੇਗ ਮੈਂ ਦਿਨ ਕਰ ਪਾਸੇ। ਜਿਸ ਤਰ੍ਹਾਂ ਕਾਲੀ ਘਟਾ ਦੇ ਵਿੱਚ, ਬੱਦਲਾਂ ਦੇ ਵਿੱਚ ਕਿਤੇ ਕਿਤੇ ਸੂਰਜ ਲਿਸ਼ਕਦਾ ਹੈ। ਤਪ ਕਠਨੀ ਅਵਲੋਕ ਵਿਧਾਤਾ। ਤੇ ਜਦ ਬਰਮਾ ਜੀਆਂ ਨੇ ਇਸ ਤਰ੍ਹਾਂ ਦਾ ਘੋਰ ਕਠਨ ਤਪ ਦੇਖਣਾ ਕੀਤਾ ਤੇ ਬਰਮਾ ਜੀ ਦੇਖ ਕੇ ਬੜੇ ਹੈਰਾਨ ਹੋ ਜਾਂਦੇ ਹਨ। ਬਿਸਮਿਓ ਹਿਰਦੈ ਨਾ ਕਛ ਕਹਿ ਜਾਤਾ। ਤੇ ਇਹ ਕੁਛ ਦੇਖ ਕੇ, ਇੰਨੀ ਘੋਰ ਤਪੱਸਿਆ, ਕਠਨ ਤਪੱਸਿਆ ਦੇਖ ਕੇ ਬਰਮਾ ਜੀ ਬੜੇ ਹੈਰਾਨ ਹੋਏ। ਐਨੇ ਹੈਰਾਨ ਹੋਏ ਕਿ ਅੱਗੋਂ ਕੁਛ ਬੋਲ ਨਾ ਸਕੀ ਕਿ ਐਡੀ ਵੱਡੀ ਤਪੱਸਿਆ ਅੱਜ ਤੱਕ ਕਿਸੇ ਨੇ ਨਹੀਂ ਕੀਤੀ। ਉੱਚੇ ਸੁਰਸੋ ਗਿਰਾ ਉਚਾਰੀ। ਤਾਂ ਬਰਮਾ ਜੀ ਦੇਖ ਕੇ ਬੜੇ ਹੈਰਾਨ ਹੋਏ। ਕਿੰਨਾ ਸਮਾਂ ਸੋਚਾਂ ਦੇ ਵਿੱਚ ਪਏ ਰਹੇ ਕਿ ਇਸ ਸਥਾਨ ਤੇ ਇਹਨਾਂ ਨੂੰ ਹੁਣ ਕੀ ਕੀਤਾ ਜਾਵੇ, ਕੀ ਕਿਹਾ ਜਾਵੇ। ਪਰ ਇਹਨਾਂ ਨੇ ਸੰਕਲਪ ਤੇ ਉਹ ਲਿਆ ਸੀ ਨਾ ਕਿ ਜੋ ਦੁਨੀਆ ਤੋਂ ਖਿਲਾਫ ਸੀ, ਰੱਬ ਦੀ ਮਰਿਆਦਾ ਤੋਂ ਖਿਲਾਫ ਸੀ। ਔਰ ਜੇਕਰ ਸੱਚਾ ਸੰਕਲਪ ਲੈ ਲੈਂਦੇ, ਕਿਸੇ ਆਪਣੀ ਮੁਕਤੀ ਆਦਿ ਦਾ, ਹੋਰ ਸ਼ਕਤੀਆਂ ਆਦਿ ਦਾ ਸੰਕਲਪ ਲੈ ਲੈਂਦੇ, ਤੇ ਇਹਨਾਂ ਦੀ ਤਪੱਸਿਆ ਵੱਡੇ ਰੰਗ ਭਾਗ ਲਾ ਦਿੰਦੀ। ਪਰ ਤਪੱਸਿਆ ਕਰਨ ਦੇ ਸਮੇਂ ਸੰਕਲਪ ਇਹ ਲਿਆ ਸੀ ਕਿ ਜਿੱਥੇ ਕਿਤੇ ਵਿਸ਼ਨੂੰ ਦੇ ਭਗਤ ਹਨ, ਉਹਨਾਂ ਨੂੰ ਖਤਮ ਕਰਕੇ ਮੈਂ ਵਿਸ਼ਨੂੰ ਭਗਵਾਨ ਦੇ ਪਾਸੋਂ ਆਪਣੇ ਭਰਾ ਦਾ ਬਦਲਾ ਲਵਾਂਗਾ। ਤਾਂ ਹੁਣ ਇਹ ਸੰਕਲਪ ਨੂੰ ਲੈ ਕੇ ਇਹ ਤਪੱਸਿਆ ਆਰੰਭ ਕੀਤੀ ਸੀ। ਤੇ ਹੁਣ ਇਸ ਸਥਾਨ 'ਤੇ ਇਹਨਾਂ ਦੇ ਉਪਦਰਵ ਹੁੰਦੇ ਨੂੰ ਰੋਕਣ ਦੇ ਵਾਸਤੇ ਬਰਮਾ ਜੀ ਆਏ। ਪਰ ਐਡਾ ਘੋਰ ਤਪ ਦੇਖ ਕੇ ਹੈਰਾਨ ਹੋ ਗਏ ਕਿ ਹੁਣ ਇਹਨਾਂ ਨੂੰ ਕੀ ਕਿਹਾ ਜਾਵੇ। ਉਠ ਸੁਤ ਜਗੇ ਸੁਕਰਦ ਫਲ ਭਾਰੀ। ਬੜੀ ਨਿਮਰਤਾ ਦੇ ਨਾਲ ਬਰਮਾ ਜੀਆਂ ਨੇ ਆਪਣੇ ਬਚਨ ਆਰੰਭ ਕੀਤੇ। ਤਾਂ ਕਹਿਣ ਲੱਗੇ, ਪੁੱਤਰ ਤੈਨੂੰ ਲੰਮਾ ਸਮਾਂ ਹੋਇਆ ਤਪੱਸਿਆ ਕਰਦੇ ਨੂੰ, ਹੁਣ ਆਪਣੀ ਤਪੱਸਿਆ ਤੋਂ ਉਤਾਨ ਹੋ ਉੱਠਣਾ ਕਰ। ਪੂਰਵ ਤਪ ਨਾ ਕੀਨ ਅਸ ਕਾਹੀ। ਆ ਜਿਹੜੀ ਤਪੱਸਿਆ ਤੂੰ ਕੀਤੀ ਹੈ ਨਾ, ਕਿੰਨੇ ਵਰਸਾਂ ਤੋਂ ਲੈ ਕੇ, ਔਰ ਇਸ ਤਰ੍ਹਾਂ ਦਾ ਤਪ, ਇਸ ਤਰ੍ਹਾਂ ਦੀ ਤਪੱਸਿਆ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤੀ। ਆਗੇ ਕੋ ਨਾ ਕਰੇ ਜਗ ਮਾਹੀ। ਬਰਮਾ ਜੀ ਕਹਿਣ ਲੱਗੇ ਕਿ ਅਸੀਂ ਇਹ ਵੀ ਦੇਖ ਲਿਆ ਹੈ ਕਿ ਐਡਾ ਘੋਰ ਤਪ ਅੱਗੇ ਨੂੰ ਵੀ ਕੋਈ ਹੋਰ ਦੂਸਰਾ ਨਹੀਂ ਕਰ ਸਕੇਗਾ। ਦਿਵਯ ਬਰਖ ਸ਼ਤ ਨੀਰਵਈ ਨਾ। ਦੇਵ ਵਰਸ਼ ਕਿੰਨੇ ਲੰਮੇ ਸਮੇਂ ਤੱਕ, ਕਈ ਵਰਸਾਂ ਤੱਕ ਇਸ ਤਰ੍ਹਾਂ ਕਹਿਣ ਲੱਗੇ ਕਿ ਤੁਸੀਂ ਪਾਣੀ ਆਦਿ, ਜਲ ਤੱਕ ਵੀ ਕੁਛ ਛਕਿਆ ਛਕਾਇਆ ਨਹੀਂ ਹੈ। ਪ੍ਰਾਨ ਰਖੇ ਬਿਨ ਅਸਨ ਪਰ ਬੀਨਾ। ਬਿਨਾਂ ਹੀ ਭੋਜਨ ਤੋਂ, ਬਿਨਾਂ ਹੀ ਪਾਣੀ ਤੋਂ ਆਪਣੇ ਪ੍ਰਾਣ ਇਸੇ ਤਰ੍ਹਾਂ ਸਥਿਰ ਰੱਖੇ ਤਪੱਸਿਆ ਦੇ ਬਲ ਦੇ ਨਾਲ। ਤਪ ਅਵਲੋਕ ਕਠਨ ਵੱਡ ਤੇਰੋ। ਬਰਮਾ ਜੀ ਕਹਿਣ ਲੱਗੇ ਹਰਨਾਕਸ਼ ਨੂੰ ਕਿ ਦੇਖੋ, ਆਪ ਦਾ
ਐਡਾ ਘੋਰ ਤਪ ਘੋਰ ਤਪੱਸਿਆ ਦੇਖ ਕੇ ਮੈਂ ਆਪ ਦੇ ਪਾਸ ਪਹੁੰਚਿਆ ਹਾਂ। ਹਿਰਦੈ ਰਹੇ ਨਾ ਧੀਰਜ ਮੇਰੋ, ਔਰ ਹੁਣ ਸਾਡੇ ਹਿਰਦੇ ਦੇ ਵਿੱਚ ਵੀ ਕੋਈ ਧੀਰਜ ਨਾ ਰਹੀ। ਤਪ ਪ੍ਰਭਾਵ ਤੇ ਜੀਤਾ ਮੋਹੀ, ਇੰਨੇ ਤਪ ਇੰਨੇ ਤਪੱਸਿਆ ਦੇ ਪ੍ਰਭਾਵ ਦੇ ਨਾਲ ਤੁਸੀਂ ਤੇ ਕਹਿਣ ਲੱਗਿਆ ਮੈਨੂੰ ਵੀ ਮੇਰਾ ਵੀ ਮਨ ਜਿੱਤ ਲਿਆ ਹੈ। ਉਠ ਜਾਚਹੁ ਬੰਛਤ ਦਿਓ ਤੋਹੀ, ਬਰਮਾ ਜੀ ਕਹਿਣ ਲੱਗੇ ਕਿ ਉਠੋ ਹੁਣ ਆਪਣੀ ਇਸ ਤਪੱਸਿਆ ਤੋਂ, ਤੇ ਜੋ ਵੀ ਤੁਸੀਂ ਵਰ ਮੰਗੋਗੇ ਨਾ ਤੁਹਾਡੀ ਇਹ ਤਪੱਸਿਆ ਤੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਮੈਂ ਆਪ ਨੂੰ ਉਹੀ ਵਰ ਦੇ ਦੇਵਾਂਗਾ। ਲਖ ਅਮੋਗ ਮਮ ਦਰਸ਼ਨ ਜੋਈ, ਔਰ ਸਾਡਾ ਦਰਸ਼ਨ ਤੁਸੀਂ ਸਫਲਾ ਸਮਝਣਾ ਕਿ ਸਾਡਾ ਆਉਣਾ ਵਿਅਰਥ ਨਹੀਂ ਹੋਵੇਗਾ। ਕੋਈ ਨਾ ਕੋਈ ਵੱਡਾ ਵਰ ਮੈਂ ਤੁਹਾਨੂੰ ਤੁਹਾਡਾ ਮਨ ਇੱਛਿਤ ਵਰ ਜ਼ਰੂਰ ਦੇ ਕੇ ਜਾਵਾਂਗਾ। ਦਿਓ ਅਦਿਓ ਵਸਤ ਜੋ ਹੋਈ, ਅਦੇ ਵਸਤ ਜਿਹੜੀ ਨਾ ਦੇਣ ਵਾਲੀ ਵਸਤ ਹੈ, ਨਾ ਦੇਣ ਵਾਲਾ ਵਰ ਹੈ ਨਾ, ਅੱਜ ਮੈਂ ਤੁਹਾਡੀ ਤਪੱਸਿਆ ਤੇ ਖੁਸ਼ ਹੋ ਕੇ ਉਹ ਵਰ ਵੀ ਤੁਹਾਨੂੰ ਦੇ ਦੇਵਾਂਗਾ। ਅਸ ਕੇ ਤਿਨ ਤਨ ਕੇ ਤਿਰਨ ਟਾਰੇ, ਜਦ ਇਸ ਤਰ੍ਹਾਂ ਕਿਹਾ ਤਾਂ ਉਸ ਟਾਈਮ ਕਹਿ ਕੇ ਸਭ ਵਾਰਤਾ ਕਹਿ ਕਹਾ ਕੇ ਭਾਵੇਂ ਹਰਨਾਕਸ਼ ਸੁਣ ਜ਼ਰੂਰ ਰਿਹਾ ਸੀ, ਪਰ ਉਹਨੇ ਆਪਣਾ ਤਪੱਸਿਆ ਦੇ ਵਿੱਚ ਇੰਨਾ ਜੁੜ ਚੁੱਕਿਆ ਸੀ ਕਿ ਆਪਣਾ ਸਰੀਰ ਜੋ ਕੇਵਲ ਹੱਡੀਆਂ ਦਾ ਢਾਂਚਾ ਰਹਿ ਗਿਆ ਸੀ ਨਾ, ਉਸ ਨੂੰ ਬਿਲਕੁਲ ਵੀ ਡਲਾਉਣਾ ਨਹੀਂ ਕੀਤਾ, ਹਿਲਾਉਣਾ ਨਹੀਂ ਕੀਤਾ। ਬਾਣੀ ਜ਼ਰੂਰ ਬਰਮਾ ਜੀਆਂ ਦੀ ਸੁਣਨਾ ਕੀਤੀ ਪਰ ਕੁਝ ਵੀ ਨਾ ਬੋਲੇ। ਤਾਂ ਆਖਰਕਾਰ ਬਰਮਾ ਜੀਆਂ ਨੇ ਆਪ ਇਸ ਦੇ ਸਰੀਰ ਦੇ ਉੱਪਰ ਜੰਮੀ ਹੋਈ ਮਿੱਟੀ, ਘਾਹ ਆਦ ਉੱਗਿਆ ਹੋਇਆ ਬਰਮੀ ਆਦ, ਇਹਨਾਂ ਨੂੰ ਆਪ ਪਾਸੇ ਕਰਨਾ ਕੀਤੀ। ਲੈ ਕਰ ਮੈਂ ਜਲ ਅੰਜੂਲ ਡਾਰੇ, ਜਦ ਇਸ ਤਰ੍ਹਾਂ ਪਰੇ ਕਰਕੇ ਹਰਨਾਕਸ਼ ਦਾ ਸਰੀਰ ਬਾਹਰ ਦੇਖਣਾ ਕੀਤਾ ਤਾਂ ਫਿਰ ਆਪਣੇ ਹੱਥ ਦੇ ਵਿੱਚ ਜਲ ਲਿਆ ਬਰਮਾ ਜੀਆਂ ਨੇ। ਪ੍ਰਗਟਿਓ ਤਬ ਪ੍ਰਚੰਡ ਬਲ ਕਰਕੇ, ਜਦ ਇਸੇ ਤਰ੍ਹਾਂ ਬਰਮਾ ਜੀਆਂ ਨੇ ਫਿਰ ਉਹਨਾਂ ਨੂੰ ਉਸੇ ਅਵਸਥਾ ਦੇ ਵਿੱਚ ਲਿਆਉਣ ਦੇ ਵਾਸਤੇ ਆਪਣੇ ਕਰਮੰਡਲ ਦੇ ਵਿੱਚੋਂ ਜਲ ਦੇ ਛਿੱਟੇ ਮਾਰੇ। ਜਦ ਜਲ ਦੇ ਛਿੱਟੇ ਮਾਰੇ ਕਿੱਥੇ ਤੇ ਹਰਨਾਕਸ਼ ਦਾ ਸਰੀਰ ਹੁਣ ਜੋ ਸੁੱਕ ਕੇ ਬੜਾ ਕਿਰਸ ਹੋ ਚੁੱਕਿਆ ਸੀ ਨਾ, ਜਿਸ ਦੇ ਵਿੱਚੋਂ ਸਰੀਰ ਦੇ ਵਿੱਚੋਂ ਮਾਸ ਆਦਿ ਖੂਨ ਆਦਿ ਸਭ ਕੀੜੀਆਂ ਆਦਿ ਜਾਨਵਰਾਂ ਨੇ ਖਤਮ ਕਰ ਦਿੱਤਾ ਸੀ। ਬਰਮਾ ਜੀਆਂ ਦੇ ਜਲ ਦੇ ਛਿੱਟੇ ਮਾਰਨ ਦੇ ਨਾਲ ਨਾਲ ਹੀ ਇਹੀ ਸਰੀਰ ਬਦਲ ਕੇ ਬੜਾ ਕਠੋਰ ਬੜਾ ਪ੍ਰਚੰਡ ਸਰੀਰ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਵਜਰ ਸਮਾਨ ਨਿਠਰ ਤਨ ਤਰਕੈ, ਤੇ ਜਲ ਦੇ ਛਿੱਟੇ ਮਾਰਨ ਦੀ ਢੇਰ ਸੀ ਕਿ ਉਸੇ ਸਮੇਂ ਵਜਰ ਦੇ ਸਮਾਨ ਬੜਾ ਕਠੋਰ ਸਰੀਰ ਪ੍ਰਗਟ ਹੋ ਜਾਂਦਾ ਹੈ। ਹੇਮ ਤਪਤ ਕੇ ਕ੍ਰਾਂਤ ਸਮਾਨਾ, ਜਿਸ ਤਰ੍ਹਾਂ ਤਪਦਾ ਹੋਇਆ ਸੋਨਾ ਹੁੰਦਾ ਹੈ ਨਾ, ਇਸੇ ਤਰ੍ਹਾਂ ਦਾ ਸਰੀਰ ਹਰਨਾਕਸ਼ ਦਾ ਹੋ ਜਾਂਦਾ ਹੈ। ਮਨੋ ਦੂਸਰੋ ਪਇਓ ਕ੍ਰਿਸ਼ਾਨਾ, ਤੇ ਮਾਨੋ ਇਉਂ ਪ੍ਰਤੀਤ ਹੋ ਰਿਹਾ ਸੀ ਕਿ ਦੂਸਰਾ ਅਗਨੀ ਦੇਵਤਾ ਹੀ ਅਗਨ ਦੇਵਤਾ ਹੀ ਦੂਸਰਾ ਇੱਥੇ ਪ੍ਰਗਟ ਹੋ ਜਾਵੇ। ਇਸ ਤਰ੍ਹਾਂ ਦਾ ਸਰੀਰ ਹਰਨਾਕਸ਼ ਦਾ ਬਣ ਜਾਂਦਾ ਹੈ। ਅਗਰ ਜੇ ਦੇਖਿਓ ਬ੍ਰਹਮਾ ਠਾਂਡਾ, ਤਾਂ ਜਦ ਦੇਖਣਾ ਕੀਤਾ ਹਰਨਾਕਸ਼ ਨੇ ਕਿ ਅੱਗੇ ਬਰਮਾ ਜੀ ਖੜੇ ਹੋਏ ਹਨ, ਹਿਰਦੇ ਅਤਿਸ਼ਯ ਆਨੰਦ ਵਾਡਾ, ਤਾਂ ਬਰਮਾ ਜੀ ਨੂੰ ਦੇਖ ਕੇ ਆਪਣੇ ਹਿਰਦੇ ਦੇ ਵਿੱਚ ਬੜੇ ਪ੍ਰਸੰਨ ਹੋਏ, ਬਹੁਤ ਖੁਸ਼ ਹੋਏ। ਜਦ ਬਰਮਾ ਜੀ ਨੂੰ ਆਪਣੇ ਸਾਹਮਣੇ ਦੇਖਣਾ ਕੀਤਾ, ਬੰਧਨ ਕੀਨ ਹਾਥ ਦਵੈ ਜੋਰੀ, ਤਾਂ ਉਸੇ ਟਾਈਮ ਆਪਣੇ ਦੋਨੇ ਹੱਥ ਜੋੜ ਕੇ ਨਮਸਕਾਰ ਕਰਨਾ ਕੀਤੀ। ਉਸਤਤ ਲਾਗੋ ਕਰਨ ਬਹੋਰੀ, ਤਾਂ ਉਸੇ ਟਾਈਮ ਹਰਨਾਕਸ਼ ਕਿੰਨੇ ਲੰਮੇ ਸਮੇਂ ਤੋਂ ਬੜੇ ਅਰਸੇ ਤੋਂ ਲੈ ਕੇ ਤਪੱਸਿਆ ਦੇ ਵਿੱਚ ਜੁੜਿਆ ਹੋਇਆ ਸੀ। ਹੁਣ ਤਪੱਸਿਆ ਤੋਂ ਉੱਠਿਆ ਤੇ ਸਾਹਮਣੇ ਬਰਮਾ ਜੀ ਨੂੰ ਦੇਖਣਾ ਕੀਤਾ। ਬਰਮਾ ਜੀ ਨੂੰ ਦੇਖਿਆ ਤੇ ਨਮਸਕਾਰ ਕੀਤੀ, ਬਾਰ-ਬਾਰ ਮੱਥੇ ਟੇਕਣਾ ਕੀਤੇ। ਨਮੋ ਨਮੋ ਤਵ ਜਾਨਮ ਰਾਲਾ, ਤਾਂ ਬਾਰ-ਬਾਰ ਨਮਸਕਾਰਾਂ ਕੀਤੀਆਂ ਕਿ ਆਪ ਜੀਆਂ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ। ਨਮੋ ਨਮੋ ਚੋ ਬੰਧਨ ਕਿਰਪਾਲਾ, ਪਰ ਆਪ ਜੀ ਬੰਧਨਾ ਦੇ ਯੋਗ ਹੋ, ਇਸ ਤਰ੍ਹਾਂ ਕਹਿ ਕੇ ਫਿਰ ਮੱਥੇ ਟੇਕਦਾ ਹੈ। ਤ੍ਰੈ ਗੁਣ ਕੋਰ ਅਲੰਬ ਗੁਸਾਈ, ਅਰ ਤਿੰਨੇ ਗੁਣਾਂ ਦੇ ਸੰਯੁਕਤ ਜਾਣੇ ਬੜੇ ਵਿਸ਼ੇਸ਼ਣ ਦੇ ਕੇ
ਬਰਮਾ ਜੀਆਂ ਦੇ ਪਾਸ ਬਰਮਾ ਜੀਆਂ ਦੀ ਉਸਤਤ ਕਰਨਾ ਕੀਤੀ। ਆਪਨ ਸ਼ਕਤ ਸ੍ਰਿਟ ਬਨਾਈ। ਬਰਮਾ ਜੀਆਂ ਦੀ ਉਸਤਤ ਕੀਤੀ ਕਿ ਤੁਸੀਂ ਆਪਣੀ ਸ਼ਕਤੀ ਆਪਣੀ ਪਾਵਰ ਦੇ ਨਾਲ ਸਾਰੇ ਜਗਤ ਦੀ ਜੋ ਇਸ ਤਰ੍ਹਾਂ ਰਚਨਾ ਕੀਤੀ ਹੈ। ਪ੍ਰਾਣ ਬੁੱਧ ਮਨ ਬੌਰ ਰਖੀ ਕੰ। ਔਰ ਜਿੰਨਾ ਵੀ ਰਖੀਕ ਜਾਣੇ ਇੰਦਰੀ ਹੈ, ਸਰੀਰ ਦੇ ਵਿੱਚ ਪ੍ਰਾਣ ਚੱਲਦੇ ਹਨ, ਔਰ ਇਸੇ ਤਰ੍ਹਾਂ ਸਰੀਰਾਂ ਨੂੰ ਬਣਾਉਣਾ ਆਦ। ਸਭ ਕੇ ਪ੍ਰੇਰਕ ਹੋਬਿਦ ਨੀਕੰ। ਸਾਰੇ ਸਰੀਰਾਂ ਦੇ ਪ੍ਰੇਰਕ ਬਰਮਾ ਜੀ ਤੁਸੀਂ ਆਪ ਹੋ। ਗੁਣ ਅਗਾਧ ਜਗ ਪਾਲਕ ਰੂਪਾ। ਔਰ ਆਪ ਦੇ ਗੁਣਾਂ ਦਾ ਅੰਤ ਨਹੀਂ। ਇਸ ਤਰ੍ਹਾਂ ਜਦ ਬੜੀ ਉਸਤਤ ਕਰਦੇ ਹਨ, ਹਰਨਾਕਸ਼ ਨੇ ਕਰਨਾ ਕੀਤੀ ਉਸਤਤ ਕਿ ਆਪ ਜੀ ਦੁਨੀਆ ਦੇ ਵਿੱਚ ਬੜੇ ਦੁਨੀਆ ਨੂੰ ਪਾਲਕ ਹੋ, ਤੇ ਬਾਰ-ਬਾਰ ਨਮਸਕਾਰਾਂ ਵੀ ਕਰੀ ਜਾਂਦੇ ਹਨ। ਵੇਦ ਰੂਪ ਤਮ ਤਰੋ ਅਨੂਪਾ। ਵੇਦਾਂ ਦਾ ਇਹ ਰੂਪ ਤੁਸੀਂ ਆਪ ਧਾਰਨ ਕੀਤਾ ਹੈ। ਹੋਤਾ ਦਵੈ ਕਰ ਯਗ ਕਰਨ ਤੇ। ਔਰ ਇਸ ਦੁਨੀਆ ਦੇ ਵਿੱਚ ਜਿੰਨੇ ਜੱਗ ਆਦ ਕਰਦੇ ਹਨ ਨਾ, ਇਹ ਸਭ ਆਪ ਜੀਆਂ ਦੀ ਹੀ ਕਿਰਪਾ ਹੈ। ਨਿਰਵਿਕਾਰ ਸਰਬਗ ਅਨੰਤੇ। ਸਾਰੇ ਵਿਕਾਰਾਂ ਤੋਂ ਰਹਿਤ ਹੋ, ਸਰਵੱਗ ਹੋ। ਸ੍ਰੀ ਪ੍ਰਭ ਸਭ ਜਗ ਅੰਤਰ ਜਾਮੀ। ਔਰ ਤੁਸੀਂ ਅੰਤਰਜਾਮੀ ਹੋ, ਸਾਰੇ ਜਗਤ ਦੇ ਕਰਤਾ ਹੋ। ਤਰ੍ਹਾਂ ਦੇ ਤਰੀਕਿਆਂ ਦੇ ਨਾਲ ਹਰਨਾਕਸ਼ ਨੇ ਹੁਣ ਬਰਮਾ ਜੀਆਂ ਦੇ ਪਾਸ ਬਰਮਾ ਜੀਆਂ ਦੀ ਉਸਤਤ ਕਰਨਾ ਕੀਤੀ, ਜਸ ਕਰਨਾ ਕੀਤਾ। ਇਸ ਤਰ੍ਹਾਂ ਬੜੀ ਆਪਣੀ ਤਪੱਸਿਆ ਤੋਂ ਬਰਮਾ ਜੀਆਂ ਨੂੰ ਪ੍ਰਭਾਵਿਤ ਕੀਤਾ। ਫਿਰ ਬਾਰ-ਬਾਰ ਨਿਮਰਤਾ ਦੇ ਨਾਲ ਬੇਨਤੀਆਂ ਕਰਕੇ ਬਰਮਾ ਜੀਆਂ ਦੀ ਉਸਤਤ ਕਰਕੇ ਹੁਣ ਜਿਸ ਪ੍ਰਕਾਰ ਬਰਮਾ ਜੀਆਂ ਦੇ ਪਾਸੋਂ ਹਰਨਾਕਸ਼ ਨੇ ਇਹ ਵਰ ਲੈਣੇ ਹਨ ਕਿ ਨਾ ਮੈਂ ਦਿਨੇ ਮਰਾਂ ਨਾ ਰਾਤ ਨੂੰ ਮਰਾਂ, ਇਸ ਤਰ੍ਹਾਂ ਦੇ ਬਹੁਤ ਸਾਰੇ ਵਰ ਬਰਮਾ ਜੀਆਂ ਦੇ ਪਾਸੋਂ ਹਰਨਾਕਸ਼ ਨੇ ਲੈ ਲੈਣੇ ਹੈ। ਔਰ ਫਿਰ ਦੁਨੀਆ ਦੇ ਵਿੱਚ ਉਸੇ ਤਰ੍ਹਾਂ ਉਪਦਰਵ ਪਾਪ ਜ਼ੁਲਮ ਕਰਨੇ ਆਰੰਭ ਕਰ ਦੇਣੇ ਹੈ। ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਹੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਸ੍ਰੀ ਪ੍ਰਭ ਸਭ ਜਗ ਅੰਤਰ ਜਾਮੀ। ਤਵ ਪਦ ਕੰਜ ਨਮਾਮ ਨਮਾਮੀ। ਸ੍ਰੀ ਪ੍ਰਭ ਸਭ ਜਗ ਅੰਤਰ ਜਾਮੀ। ਤਵ ਪਦ ਕੰਜ ਨਮਾਮ ਨਮਾਮੀ। ਤੇ ਅਚੁੱਤ ਹੀ ਪਾਰ ਬ੍ਰਹਮ ਅਬਨਾਸੀ ਅਬਨਾਸੀ ਅਗਨਾ।